अरविंद केजरीवाल ਦਾ ਕ੍ਰਿਟਿਸਿਜ਼ਮ ਕਿੰਨਾ ਵੀ ਹੁੰਦਾ ਹੋਵੇ ਜੀ ਪਰ ਇਸ 'ਚ ਕੋਈ ਦੋ ਰਾਏ ਨਹੀਂ ਕਿ ਬਹੁਤ ਵਾਰੀ ਉਹ ਐਸੀਆਂ ਗੱਲਾਂ ਕਰਦੇ ਆ ਜੋ ਦਿਲ ਜਿੱਤ ਲੈਂਦੀਆਂ। ਬਹੁਤ ਸਾਰੇ ਆਮ ਆਦਮੀ ਪਾਰਟੀ ਦੇ ਵਰਕਰ ਜਿਹੜੇ ਆ ਗੁਰੂ ਤੇਗ ਬਹਾਦਰ ਮੈਮੋਰੀਅਲ ਦੇ ਆਸ-ਪਾਸ ਉਹ ਡੇਰਾ ਲਾ ਕੇ ਬੈਠੇ ਰਹੇ ਕਿ ਜੇ ਦਿੱਲੀ ਦੀ ਸਰਕਾਰ ਵੀ ਕਿਸਾਨਾਂ ਦੇ ਖਿਲਾਫ ਹੋ ਜਾਂਦੀ ਇਨਡਾਇਰੈਕਟਲੀ ਜੇ ਉੱਤੋਂ ਕਹੀ ਜਾਂਦੇ ਨਾਲ ਆ ਤੇ ਅੰਦਰੋਂ ਨਾ ਹੁੰਦੇ ਤਾਂ ਬਹੁਤ ਵੱਡੀ ਮੁਸੀਬਤ ਹੋਣ ਵਾਲੀ ਸੀਗੀ। ਜਿਸ ਵੇਲੇ ਅੰਦੋਲਨ ਹੁੰਦਾ ਅਕਾਲੀ ਦਲ ਉਦੋਂ ਇੰਨੀ ਪੋਜੀਸ਼ਨ 'ਚ ਨਹੀਂ ਸੀ ਕਿ ਅਕਾਲੀ ਦਲ ਦੇ ਲੀਡਰ ਆ ਕੇ ਕਿਸਾਨਾਂ 'ਚ ਉੱਥੇ ਬਹਿ ਸਕਦੇ, ਇੰਨਾ ਵਿਰੋਧ ਸੀ ਉਸ ਵੇਲੇ, ਗੁੱਸਾ ਸੀ। ਮਨਜਿੰਦਰ ਸਰਸਾ ਨੇ ਚੰਗੇ ਕੰਮ ਕਰਕੇ ਪ੍ਰੂਵ ਕਰਤਾ ਕਿ ਜੇ ਤੁਸੀਂ ਲੋਕਾਂ ਦੀ ਗੱਲ ਕਰੋਗੇ, ਲੋਕਾਂ 'ਚ ਰਹੋਗੇ ਤਾਂ ਲੋਕ ਤੁਹਾਨੂੰ ਐਕਸੈਪਟ ਕਰਨਗੇ। ਕਿ ਲੋਕਾਂ ਨੇ ਕਿਹਾ, ਆਵਾਮ ਨੇ ਕਿਹਾ ਕਿ ਠੀਕ ਹੈ ਤੁਸੀਂ ਪੋਲੀਟੀਕਲ ਹੋ ਤਾਂ ਰਹੋ ਪਰ ਘੱਟੋ ਘੱਟ ਸਾਡੀ ਗੱਲ ਕਰ ਰਹੇ ਹੋ ਤਾਂ ਅਸੀਂ ਤੁਹਾਨੂੰ ਐਕਸੈਪਟ ਕਰਦੇ ਹਾਂ ਕਿ ਤੁਸੀਂ ਸਾਡੀ ਘੱਟੋ ਘੱਟ ਗੱਲ ਕਰ ਰਹੇ ਹੋ। ਇਸੇ ਤਰ੍ਹਾਂ ਬਾਕੀ ਲੀਡਰ ਜਿੰਨੇ ਰਹੇ ਉਹਨਾਂ ਨੇ ਦਰਅਸਲ ਕਿਸਾਨ ਦੀ ਨਬਜ਼ ਹੀ ਨਹੀਂ ਫੜੀ। ਬਿਲਕੁਲ ਮੈਂ ਕਹਿੰਦਾ ਸੁਖਬੀਰ ਬਾਦਲ ਜਾਂ ਹੋਰ ਵੱਡੇ ਲੀਡਰ ਸੀਗੇ ਜਾਂ ਪੰਜਾਬ ਦੇ ਲੀਡਰ ਸੀਗੇ ਜਾਂ ਕੈਪਟਨ ਅਮਰਿੰਦਰ ਸਿੰਘ ਵੀ ਰਿਸਕ ਲੈਂਦੇ, ਇੱਕ ਵਾਰੀ ਡਿਟੇਨ ਹੋ ਜਾਂਦੇ ਜਾਂ ਸਿਆਸਤ ਹੁੰਦੀ। ਬਹੁਤ ਮੈਨੂੰ ਪਤਾ ਸੀਐਮ ਸਿਕਿਉਰਿਟੀ ਹੈ, ਬਹੁਤ ਸਾਰੇ ਇਸ਼ੂਜ਼ ਨੇ, ਲੋਕ ਕਹਿਣਗੇ ਕਿ ਇਹ ਹਲਕੀ ਗੱਲ ਹੈ ਕਿ ਸੀਐਮ ਕਿਵੇਂ ਉੱਥੇ ਕੋਸ਼ਿਸ਼ ਕਰਦੇ, ਚਲੇ ਜਾਂਦੇ ਉੱਥੇ, ਕਹਿੰਦੇ ਖੱਟਰ ਸਰਕਾਰ ਨੂੰ ਕਿ ਮੈਂ ਉੱਥੋਂ ਜਾਣਾ ਹੈ, ਲੰਘਣਾ ਹੈ ਮੈਂ, ਔਰ ਉੱਥੇ ਕਾਫਲੇ ਦੇ ਵਿੱਚ ਬੈਠ ਕੇ ਦੇਖ, ਉੱਥੇ ਸਿੰਘੂ ਬਾਰਡਰ ਤੇ ਬੈਠਦੇ ਪੰਜਾਬ ਦੇ ਲੀਡਰਸ। ਸੁਖਬੀਰ ਬਾਦਲ ਜਾਂਦੇ, ਹਰਸਿਮਰਤ ਬਾਦਲ ਜਾਂਦੇ, ਪੰਜਾਬ ਦੇ ਬਾਕੀ ਲੀਡਰਸ ਜਿੰਨੇ ਸੀਗੇ ਉਹ ਜਾਂਦੇ, ਬੈਠਦੇ, ਨਾ ਸਟੇਜ ਤੇ ਬੋਲਦੇ। ਦਿਲਜੀਤ ਦੋਸਾਂਝ ਵਰਗੇ, ਗੁਰਦਾਸ ਮਾਨ ਵਰਗੇ ਥੱਲੇ ਬੈਠੇ ਆ ਕੇ, ਨਹੀਂ ਬੋਲੇ, ਚਲੋ ਬੋਲੇ ਨਹੀਂ ਬੋਲੇ ਇੱਕ ਵੱਖਰੀ ਗੱਲ ਹੈ, ਤਾਂ ਤੁਸੀਂ ਵੀ ਬੈਠਦੇ ਆ ਕੇ ਉਹਨਾਂ ਦੇ ਵਿੱਚ। ਇਸੇ ਕਰਕੇ ਅਰਵਿੰਦ ਕੇਜਰੀਵਾਲ ਬਾਕੀਆਂ ਨਾਲੋਂ ਡਿਫਰੈਂਟ ਨੇ। ਅਰਵਿੰਦ ਕੇਜਰੀਵਾਲ ਵੱਖਰੇ ਨੇ, ਉਹ ਇਕੱਲਾ ਹੀ ਹੈ ਉਹ ਬੰਦਾ, ਕਹਿ ਸਕਦੇ ਹਨਾ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਔਨ ਏਅਰ ਤੇ ਮੈਂ ਹਾਂ ਰਮਨ ਧੂਰ। ਅੱਜ ਕੇਜਰੀਵਾਲ ਸਾਹਿਬ ਹਰਿਆਣਾ ਦੇ ਵਿੱਚ ਸੰਬੋਧਨ ਕਰ ਰਹੇ ਆ ਤੇ ਉਹਨਾਂ ਦਾ ਪੂਰਾ ਜਿਹੜਾ ਭਾਸ਼ਣ ਆ ਉਹ ਕਿਸਾਨਾਂ ਦੇ ਇਰਦ ਗਿਰਦ ਘੁੰਮ ਰਿਹਾ ਤੇ ਬੀਜੇਪੀ ਸਰਕਾਰ ਦੇ ਪਰਦੇਫਾਸ਼ ਕਰ ਰਹੇ ਆ। ਇਸ ਪੂਰੀ ਜਿਹੜੀ ਉਹਨਾਂ ਦਾ ਭਾਸ਼ਣ ਉਹਦੇ ਉੱਤੇ ਚਰਚਾ ਕਰਨ ਦੇ ਲਈ ਬੈਠੇ ਹੋਏ ਆ ਸਿਮਰਨਜੋਤ ਸਿੰਘ ਮੱਕੜ ਸਾਹਿਬ ਦੇ ਨਾਲ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਰਮਨ। ਸਰ, ਅਰਵਿੰਦ ਕੇਜਰੀਵਾਲ ਸਾਹਿਬ ਸ਼ੁਰੂ ਤੋਂ ਹੀ ਇਹ ਵਿਖਾ ਵੀ ਰਹੇ ਆ ਜਾਂ ਕਹਿ ਲਓ ਸੱਚੀ ਉਹ ਕਿਸਾਨਾਂ ਦੇ ਨਾਲ ਹੈਗੇ ਆ, ਤੇ ਹੁਣ ਉਹਨਾਂ ਨੇ ਜਿਹੜਾ ਅੱਜ ਦਾ ਪੂਰਾ ਭਾਸ਼ਣ ਆ ਉਹ ਬੀਜੇਪੀ ਦੇ ਪਰਦੇਫਾਸ਼ ਕਰਨ ਤੇ ਕਿਸਾਨਾਂ ਦੇ ਪੱਖ 'ਚ ਸਮਰਥਨ ਦੇਣ ਦੇ ਲਈ ਦਿੱਤਾ। ਸ਼ੁਰੂਆਤ ਤੋਂ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਤੋਂ ਕਰਦੇ ਆ ਤੇ ਨਾਲ ਜਤਾ ਵੀ ਦਿੰਦੇ ਆ ਕਿ ਬੀਜੇਪੀ ਨੇ ਇੱਕ ਵੀ ਬਿਆਨ ਉਹਨਾਂ ਦੇ ਪੱਖ 'ਚ ਨਹੀਂ ਦਿੱਤਾ। ਪਹਿਲਾਂ ਤਾਂ ਇਸ ਚੀਜ਼ ਨੂੰ ਵੀ ਦੇਖ ਲੈਂਦੇ ਆ ਕਿ ਤੁਸੀਂ ਕਿਵੇਂ ਦੇਖਦੇ ਆ ਇਸ ਚੀਜ਼ ਨੂੰ। ਦੇਖੋ, ਅਰਵਿੰਦ ਕੇਜਰੀਵਾਲ ਦਾ ਕ੍ਰਿਟਿਸਿਜ਼ਮ ਕਿੰਨਾ ਵੀ ਹੁੰਦਾ ਹੋਵੇ ਜੀ ਪਰ ਇਸ 'ਚ ਕੋਈ ਦੋ ਰਾਏ ਨਹੀਂ ਕਿ ਬਹੁਤ ਵਾਰੀ ਉਹ ਐਸੀਆਂ ਗੱਲਾਂ ਕਰਦੇ ਆ ਜੋ ਦਿਲ ਜਿੱਤ ਲੈਂਦੀਆਂ। ਜੀ ਅਰਵਿੰਦ ਕੇਜਰੀਵਾਲ ਦੇ ਲੋਕ ਫੈਨ ਬਣ ਜਾਂਦੇ ਆ। ਸਭ ਤੋਂ ਇੰਪੋਰਟੈਂਟ ਗੱਲ ਜਿਹੜੀ ਤੁਸੀਂ ਕਹੀ ਨਾ, ਸ਼ੁਰੂਆਤ ਜਦੋਂ ਅਰਵਿੰਦ ਕੇਜਰੀਵਾਲ ਨੇ ਇਹ ਕੀਤੀ ਕਿ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ, ਇਸ 'ਚ ਪਹਿਲਾਂ ਤਾਂ ਇਹ ਸਮਝੀਏ ਕਿ ਹਰੇਕ ਚੀਜ਼ ਸਿਆਸਤ ਦਾ ਹਿੱਸਾ ਹੈ। ਜਦੋਂ ਕੋਈ ਸਿਆਸੀ ਪਾਰਟੀ ਹੈ ਤੇ ਉਹਨੇ ਚੋਣਾਂ ਲੜਨੀਆਂ ਹੈ ਤਾਂ ਉਹਨਾਂ ਦੀਆਂ ਬਿਆਨਬਾਜ਼ੀਆਂ ਜਾਂ ਉਹਨਾਂ ਦੇ ਜੋ ਵੀ ਉਹਨਾਂ ਨੇ ਕਰਨਾ ਹੁੰਦਾ ਉਹ ਸਿਆਸਤ ਨੂੰ ਮੁੱਖ ਰੱਖ ਕੇ ਹੁੰਦਾ, ਇਹ ਪਹਿਲੀ ਗੱਲ ਹੈ। ਪਰ ਇਸ ਦੇ ਬਾਵਜੂਦ ਸਾਨੂੰ ਇਹ ਸਮਝ ਆ ਗਈ ਕਿ ਠੀਕ ਹੈ ਸਿਆਸਤ ਸਾਰਿਆਂ ਨੇ ਕਰਨੀ ਹੈ। ਉਸ ਤੋਂ ਬਾਅਦ ਵੀ ਇੱਕ ਮੋਰੈਲਿਟੀ ਹੁੰਦੀ ਹੈ ਜੋ ਜ਼ਿਆਦਾਤਰ ਪਾਰਟੀਆਂ 'ਚ ਦੇਖਣ ਨੂੰ ਨਹੀਂ ਮਿਲਦੀ। ਉਸ ਤੋਂ ਬਾਅਦ ਵੀ, ਕਿਉਂਕਿ ਪਹਿਲੀ ਗੱਲ ਤੇ ਮੰਨ ਲਈਏ ਕਿ ਇਹ ਸਿਆਸੀ ਬਿਆਨ ਨੇ, ਮੰਨ ਲੈਣੇ ਆਏ, ਲੇਕਿਨ ਸਿਆਸੀ ਬਿਆਨਾਂ 'ਚ ਵੀ ਇੱਕ ਪੱਧਰ ਹੁੰਦਾ ਹੈ। ਅਰਵਿੰਦ ਕੇਜਰੀਵਾਲ ਉਸ ਪੱਧਰ ਨੂੰ ਮੇਨਟੇਨ ਕਰਕੇ ਰੱਖਦੇ। ਇਹ ਬਹੁਤ ਕਮਾਲ ਦੀ ਗੱਲ ਹੈ ਅਰਵਿੰਦ ਕੇਜਰੀਵਾਲ ਦੇ ਵਿੱਚ। ਪੰਜਾਬ 'ਚ ਵੀ ਬਹੁਤ ਸਾਰੀਆਂ ਪਾਰਟੀਆਂ ਨੇ ਕਿਸਾਨ ਹਿਤੈਸ਼ੀ ਹੋਣ ਦੀਆਂ ਗੱਲਾਂ ਕੀਤੀਆਂ, ਬਹੁਤ ਸਾਰੇ ਬਿਆਨ ਆਉਂਦੇ ਰਹੇ ਹੈ, ਬਹੁਤ ਸਾਰੀਆਂ ਚਰਚਾਵਾਂ ਇਹਦੇ ਤੇ, ਕਿਸੇ ਨੇ ਰੈਲੀਆਂ ਕਰ ਲੀਆਂ, ਕਿਸੇ ਨੇ ਟਰੈਕਟਰ ਮਾਰਚ ਕਰ ਲਏ, ਪਾਰਟੀਆਂ ਨੇ, ਕਾਂਗਰਸ ਨੇ, ਅਕਾਲੀ ਦਲ ਨੇ ਵੀ ਕੀਤੇ, ਆਮ ਆਦਮੀ ਪਾਰਟੀ ਦੀ ਪੰਜਾਬ ਦੀ ਲੀਡਰਸ਼ਿਪ ਨੇ ਵੀ ਕੋਸ਼ਿਸ਼ ਕੀਤੀ ਹੈ। ਪਰ ਇਸੇ ਕਰਕੇ ਅਰਵਿੰਦ ਕੇਜਰੀਵਾਲ ਬਾਕੀਆਂ ਨਾਲੋਂ ਡਿਫਰੈਂਟ ਨੇ। ਅਰਵਿੰਦ ਕੇਜਰੀਵਾਲ ਵੱਖਰੇ ਨੇ, ਉਹ ਇਕੱਲਾ ਹੀ ਹੈ ਉਹ ਬੰਦਾ, ਕਹਿ ਸਕਦੇ ਹਨਾ। ਉਹਦਾ ਰੀਜ਼ਨ ਇਹ ਹੈ ਕਿ ਅੱਜ ਦੀ ਜਿਹੜੀ ਉਹਨਾਂ ਦੀ ਸਪੀਚ ਸੀ ਉਹਦੇ 'ਚ ਕੁਝ ਇੱਕ ਚੀਜ਼ਾਂ ਬੜੀਆਂ ਇੰਪੋਰਟੈਂਟ ਤੁਹਾਨੂੰ ਨਜ਼ਰ ਆਉਣਗੀਆਂ
ਕਿ ਇੱਕ ਤਾਂ ਇਹ ਸੀਗਾ ਕਿ ਜਦੋਂ ਜੇਲ੍ਹਾਂ ਦੀ ਗੱਲ ਆਈ ਕਿ ਜੇਲ੍ਹਾਂ 'ਚ ਜਿਹੜੇ ਸਟੇਡੀਅਮਸ ਨੇ ਜੇਲ੍ਹਾਂ 'ਚ ਤਬਦੀਲ ਕਰੋ, ਇਹ ਜੇ ਮੈਂ ਗਲਤ ਨਾ ਹੋਵਾਂ ਤਾਂ 27 ਸ਼ਾਮ ਦੀ ਜਾਂ 28 ਤਰੀਕ ਦੀ ਗੱਲ ਹੈ ਨਵੰਬਰ ਦੀ, ਜਦੋਂ ਕਿਸਾਨ 26 ਨੂੰ ਮੂਵ ਹੁੰਦੇ ਆ ਕਿਸਾਨ 26 ਨਵੰਬਰ ਨੂੰ, ਤੇ 27 ਨੂੰ ਇਹ ਫੈਸਲਾ ਕਰ ਲਿਆ ਜਾਂਦਾ ਹੈ ਵੀ ਟਿੱਕਰੀ, ਕਿਉਂਕਿ 27 ਤਰੀਕ ਨੂੰ ਸਰਕਾਰ ਨੇ ਕਹਿਤਾ ਸੀਗਾ ਕਿ ਤੁਸੀਂ ਆ ਜਾਓ ਬਰਾੜੀ ਦੇ ਮੈਦਾਨ 'ਚ ਬਹਿ ਜਾਓ, ਤਿਆਰੀਆਂ ਹੋਣੀਆਂ ਸ਼ੁਰੂ ਹੋ ਗਈਆਂ। ਤੇ ਫਿਰ ਉਹਨਾਂ ਦਿਨਾਂ 'ਚ 27 ਜਾਂ 28 ਨੂੰ ਸਰਕਾਰ ਨੇ ਉਦੋਂ ਚਿੱਠੀ ਪਾਈ ਸੀ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੂੰ ਕਿ ਜਿਹੜੇ ਸਟੇਡੀਅਮ ਨੇ ਉਹ ਤਬਦੀਲ ਕਰ ਦਿੱਤੇ ਜਾਣ ਜੇਲ੍ਹਾਂ ਦੇ ਵਿੱਚ। ਹੁਣ ਇਹਦੇ 'ਚ 2 ਪੁਆਇੰਟ ਨੇ। ਪਹਿਲੀ ਗੱਲ ਤਾਂ ਇਹ ਹੈ ਕਿ ਕਾਨੂੰਨ ਸੀਗਾ ਕਿ ਮੁੱਖ ਮੰਤਰੀ ਨੂੰ ਪੁੱਛਣਾ ਪੈਣਾ ਹੈ ਕਿ ਇਹ ਜੇਲ੍ਹਾਂ ਸਟੇਡੀਅਮ ਜੇਲ੍ਹਾਂ 'ਚ ਤਬਦੀਲ ਹੋਣਗੇ ਕਿ ਨਹੀਂ ਹੋਣਗੇ। ਦੂਜੀ ਗੱਲ ਇਹ ਹੈ ਕਿ ਜੇ ਕਾਨੂੰਨ ਨਾ ਹੁੰਦਾ ਤਾਂ ਮੰਨ ਕੇ ਚੱਲੋ ਕਿ ਉਹ ਤਬਦੀਲ ਹੋ ਹੀ ਜਾਣੀਆਂ ਸੀ। ਬਿਲਕੁਲ ਸਹੀ। ਜਿਹੜੇ ਫੜੇ ਬਰਾੜੀ ਦੇ ਵਿੱਚ ਡਿਟੇਨ ਹੋਏ ਸੀ, ਬਾਅਦ ਛੁਡਾ ਲਏ ਗਏ, ਉਹ ਸਾਰੇ ਉੱਥੇ ਜਾਣੇ ਸੀ। ਜਿਹੜੇ ਦਿੱਲੀ ਐਂਟਰ ਹੋਏ ਉਹ ਸਾਰੇ ਉੱਥੇ ਜਾਣੇ ਸੀ। ਹੋ ਸਕਦਾ ਅਸੀਂ ਵੀ ਜਿਹੜੇ ਕਵਰ ਕਰ ਰਹੇ ਸੀ ਉਦੋਂ ਸਾਡੀ ਵੀ ਕੋਈ ਸੁਣਵਾਈਆਂ ਨਾ ਹੁੰਦੀਆਂ, ਚੱਕ ਕੇ ਸਾਨੂੰ ਵੀ ਉਹਨਾਂ ਜੇਲ੍ਹਾਂ ਦੇ ਵਿੱਚ ਮਾਰਦੇ, ਉਹ ਸਟੇਡੀਅਮ ਨੂੰ ਜੇਲ੍ਹ ਦੇ ਵਿੱਚ ਤਬਦੀਲ ਕਰਦੇ, ਕਿਸਾਨਾਂ ਨੂੰ ਅੰਦਰ ਬੁਲਾਉਂਦੇ ਤੇ ਸ਼ਾਇਦ ਉਹਨਾਂ ਜੇਲ੍ਹਾਂ ਦੇ ਵਿੱਚ ਪਾ ਦਿੱਤਾ ਜਾਂਦਾ, ਤਾਂ ਸੰਘਰਸ਼ ਦਾ ਰੂਪ ਹੀ ਕੁਝ ਹੋਰ ਹੋਣਾ ਸੀ। ਇੱਥੋਂ ਇੱਕ ਗੱਲ ਦੀ ਸਿਆਣਪ ਪਤਾ ਲੱਗੀ ਕਿ ਇਸ ਫੈਸਲੇ ਤੋਂ ਪਹਿਲਾਂ ਹੀ ਆਗੂਆਂ ਨੇ ਕਹਿਤਾ ਸੀ ਅਸੀਂ ਦਿੱਲੀ ਨਹੀਂ ਜਾਵਾਂਗੇ, ਅਸੀਂ ਸਰਹੱਦਾਂ ਤੇ ਬੈਠਾਂਗੇ। ਸੋ ਇਹ ਜਿਹੜਾ ਸਰਹੱਦਾਂ ਤੇ ਬੈਠਣ ਦਾ ਫੈਸਲਾ ਸੀ ਇਹ ਠੀਕ ਫੈਸਲਾ ਸੀਗਾ। ਇੱਥੋਂ ਇਹ ਗੱਲ ਕਲੀਅਰ ਹੋ ਜਾਂਦੀ ਹੈ ਅਰਵਿੰਦ ਕੇਜਰੀਵਾਲ ਦਾ ਅੱਜ ਦੇ ਬਿਆਨ ਨੂੰ ਜਦੋਂ ਆਪਾਂ ਪੜਚੋਲ ਕਰ ਰਹੇ ਹਾਂ। ਦੂਜਾ, ਅਰਵਿੰਦ ਕੇਜਰੀਵਾਲ ਚਾਹੁੰਦੇ ਤਾਂ ਪ੍ਰੈਸ਼ਰ ਚ ਆ ਕੇ ਪਰਮਿਸ਼ਨ ਦੇ ਸਕਦੇ ਸੀ, ਕਿਉਂਕਿ ਸਰਕਾਰਾਂ ਦੇ ਕੇਂਦਰ ਦੇ ਬਹੁਤ ਪ੍ਰੈਸ਼ਰ ਹੁੰਦੇ ਰਮਨ। ਜਦੋਂ ਤੁਸੀਂ ਸਟੇਟ ਦੇ ਵਿੱਚ ਤੁਹਾਡੀਆਂ ਸਰਕਾਰਾਂ ਨੇ, ਪੰਜਾਬ ਸਰਕਾਰ ਨੂੰ ਬੜੇ ਫੈਸਲੇ ਐਸੇ ਲੈਣੇ ਪੈਂਦੇ ਆ ਜੋ ਕੇਂਦਰ, ਕਿਉਂਕਿ ਕੇਂਦਰ ਬਹੁਤ ਸਾਰੀ ਸਪੋਰਟ ਰੋਕ ਦਿੰਦੀ ਹੈ, ਕੇਂਦਰ ਬਹੁਤ ਸਾਰੀਆਂ ਜਿਹੜੀਆਂ ਤੁਹਾਨੂੰ ਮਿਲਣ ਵਾਲੀਆਂ ਅਮੈਨਿਟੀਜ਼ ਨੇ ਉਹ ਰੋਕ ਦਿੰਦੀ ਹੈ। ਹੁਣ ਵੀ ਤਾਂ ਆਹੀ ਇਸ਼ੂ ਚੱਲ ਰਿਹਾ ਪੰਜਾਬ ਸਰਕਾਰ ਦਾ, ਜਿਹੜਾ ਰੇੜਕਾ ਹੈ ਸਿੱਧੀ ਅਦਾਇਗੀ ਵਾਲਾ, ਆਪਾਂ ਕੱਲ ਚਰਚਾ ਕਰ ਰਹੇ ਸੀ। ਤਾਂ ਹੋਰ ਪੰਜਾਬ ਸਰਕਾਰ ਨੂੰ ਡਰ ਕਾਹਦਾ ਹੈ? ਕੇਂਦਰ ਸਿੱਧੀ ਧਮਕੀ ਦਿੰਦੀ ਹੈ। ਕੇਂਦਰ ਨੇ ਜਿਹੜੇ ਫੰਡ ਨੇ, ਜਿਹੜੇ ਪਿੰਡਾਂ ਨੂੰ ਆਉਣ ਵਾਲੇ ਜਿਹੜੇ ਵਿਲੇजेस ਦੇ ਫੰਡਸ ਨੇ, ਉਹ ਫੰਡ ਰੋਕਤੇ। ਕੇਂਦਰ GST ਰੋਕ ਸਕਦਾ ਤੁਹਾਡੀ, ਹਨਾ, ਉਹ ਬਸ਼ਰਮ ਹੋ ਜਾਂਦੇ, ਰੋਕ ਦਿੰਦੇ ਆ। ਤਾਂ ਇਸ ਗੱਲ ਦਾ ਡਰ ਮੁੱਖ ਮੰਤਰੀਆਂ ਨੂੰ ਅਕਸਰ ਹੁੰਦਾ ਹੈ, ਔਰ ਉਹ ਪ੍ਰੈਸ਼ਰ ਚ ਆ ਕੇ। ਤਾਂ ਸਿਆਸਤ ਤਾਂ ਹੈ, ਮੈਂ ਪਹਿਲਾਂ ਕਿਹਾ, ਪਰ ਤੁਹਾਨੂੰ ਇਸ ਗੱਲ ਤੇ ਅਰਵਿੰਦ ਕੇਜਰੀਵਾਲ ਨੂੰ ਸਲਾਉਣਾ ਵੀ ਪਊਗਾ, ਤਾਰੀਫ ਕਰਨੀ ਪਊਗੀ ਕਿ ਅਰਵਿੰਦ ਕੇਜਰੀਵਾਲ ਨੇ ਇਹ ਫੈਸਲਾ ਕੀਤਾ ਕਿ ਮੈਂ ਜੇਲ੍ਹਾਂ ਸਟੇਡੀਅਮਸ ਨੂੰ ਨਹੀਂ ਬਣ ਦੇਣੇ। ਔਰ ਉਹ ਜੋ ਕਹਿ ਰਹੇ ਹੈ, ਜੋ ਉਹਨਾਂ ਦੇ ਸ਼ਬਦ ਨੇ, ਹਾਲਾਂਕਿ ਜਿਵੇਂ ਮੈਂ ਪਹਿਲਾਂ ਕਿਹਾ ਕਿ ਸਿਆਸਤ 'ਚ ਕੁਝ ਚੀਜ਼ਾਂ ਦੱਸੀਆਂ ਉਸ ਤਰੀਕੇ ਨਾਲ ਵੀ ਜਾਂਦੀਆਂ, ਉਹ ਕਹਿ ਰਿਹਾ ਕਿ ਮੈਂ ਲਿਖ ਕੇ ਭੇਜਿਆ ਕਿ ਮੈਂ ਕਿਸਾਨਾਂ ਦੇ ਨਾਲ ਆ। ਪਹਿਲੀ ਗੱਲ ਇਹ ਬਹੁਤ ਅੱਛੀ ਤੇ ਇੰਪੋਰਟੈਂਟ ਗੱਲ ਸੀ ਕਿ ਜੇ ਦਿੱਲੀ ਦੀ ਸਰਕਾਰ ਵੀ ਕਿਸਾਨਾਂ ਦੇ ਖਿਲਾਫ ਹੋ ਜਾਂਦੀ ਇਨਡਾਇਰੈਕਟਲੀ, ਜੇ ਉੱਤੋਂ ਕਹੀ ਜਾਂਦੇ ਨਾਲ ਆ ਤੇ ਅੰਦਰੋਂ ਨਾ ਹੁੰਦੇ, ਤਾਂ ਬਹੁਤ ਵੱਡੀ ਮੁਸੀਬਤ ਹੋਣ ਵਾਲੀ ਸੀਗੀ। ਫਿਰ ਉਹਨਾਂ ਨੇ ਕਿਹਾ ਕਿ ਵਾਈਫਾਈ ਚਲਾਇਆ, ਇਹ ਠੀਕ ਕਹਿ ਰਹੇ ਹੋ, ਅਸੀਂ ਉੱਥੇ ਮੌਜੂਦ ਸੀਗੇ, ਵਾਈਫਾਈ ਚੱਲਿਆ, ਅਸੀਂ ਦੇਖਿਆ। ਉਹਨਾਂ ਨੇ ਟਾਇਲਟਸ ਦੀ ਗੱਲ ਕੀਤੀ, ਜਿੱਥੇ ਰਮਨ ਜਦੋਂ ਸਿੰਘੂ ਬਾਰਡਰ ਤੇ ਪਹਿਲਾਂ ਤਾਂ ਸਟੇਜ ਜਿਹੜੀ ਕਿਸਾਨੀ ਵਾਲੀ ਸੰਯੁਕਤ ਕਿਸਾਨ ਮੋਰਚੇ ਦੀ, ਪਿੱਛੇ ਨਿਹੰਗ ਸਿੰਘ ਬੈਠੇ ਐ, ਨਿਹੰਗ ਸਿੰਘਾਂ ਤੋਂ ਬਾਅਦ ਕੰਡਿਆਲੀ ਤਾਰ ਆ ਗਈ ਤੇ ਮਗਰ ਫਿਰ ਦੂਜੇ ਪੰਨੂ ਸਾਹਿਬ ਹੋਣੇ ਤੇ ਉਹਨਾਂ ਦਾ ਜਿਹੜੇ ਉਹ ਜਥੇਬੰਦੀ ਬੈਠੀ ਹੈ, ਪੰਧੇਰ ਸਾਹਿਬ ਹੋਣਾ ਦੀ। ਉਸ ਜਥੇਬੰਦੀ ਤੋਂ ਅੱਗੇ 2 ਪੈਟਰੋਲ ਪੰਪ ਆਉਂਦੇ ਆ, ਔਰ ਉਹ ਸਾਰਾ ਤੁਸੀਂ ਦੇਖਿਆ ਉੱਥੇ ਟਾਇਲਟਸ ਜਿਹੜੀਆਂ, ਕਿਉਂਕਿ ਉਹ ਦਿੱਲੀ ਦਾ ਇਲਾਕਾ ਆ ਜਾਂਦਾ, ਉਦੋਂ ਪਾਰ ਆ ਨਹੀਂ ਸਕਦੇ, ਹਰਿਆਣਾ ਆ ਜਾਂਦਾ, ਤਾਂ ਉੱਥੇ ਵਾਈਫਾਈ ਵੀ ਚੱਲਦਾ ਹੈ। ਹੁਣ ਨਹੀਂ ਮੈਨੂੰ ਸਟੇਟਸ ਪਤਾ ਚੱਲ ਰਿਹਾ ਕਿ ਨਹੀਂ ਚੱਲ ਰਿਹਾ, ਚੱਲਿਆ ਉਹਨਾਂ ਦਿਨਾਂ 'ਚ। ਔਰ ਅਸੀਂ ਇੱਕ ਟੈਸਟ ਕਰਨ ਵਾਸਤੇ ਖਬਰ ਵੀ ਕੀਤੀ ਸੀਗੀ, ਸੁਖ ਸੋਲ ਸਾਡੇ ਸਹਿਯੋਗੀ ਉਹ ਕਰਕੇ ਆਏ ਕਿ ਵਾਕਈ ਵਾਈਫਾਈ ਚੱਲ ਰਿਹਾ ਕਿ ਨਹੀਂ ਚੱਲ ਰਿਹਾ, ਚੱਲ ਰਿਹਾ ਸੀ। ਟਾਇਲਟਸ ਜਿਹੜੀਆਂ ਸੀਗੀਆਂ ਉਹ ਵੀ ਉੱਥੇ ਪ੍ਰੋਵਾਈਡ ਕੀਤੀਆਂ ਗਈਆਂ। ਹਾਲਾਂਕਿ ਇਹ ਵੀ ਦੋਸ਼ ਲੱਗਿਆ, ਉਹ ਜਿਹੜਾ ਅਰਵਿੰਦ ਕੇਜਰੀਵਾਲ ਕਹਿ ਰਿਹਾ ਕਿ ਮੈਂ ਇਹ ਕਿਹਾ ਸੀਗਾ ਕਿ ਸਾਡੇ ਸਾਥੀ ਬਿਨਾ ਟੋਪੀਆਂ, ਬਿਨਾ ਪਾਰਟੀ ਦੇ ਨਾਮ, ਬਿਨਾ ਮੇਰੇ ਨਾਮ ਤੋਂ ਉੱਥੇ ਰਹੋ, ਤਾਂ ਬਹੁਤ ਸਾਰੇ ਆਮ ਆਦਮੀ ਪਾਰਟੀ ਦੇ ਵਰਕਰ ਜਿਹੜੇ ਆ ਗੁਰੂ ਤੇਗ ਬਹਾਦਰ ਮੈਮੋਰੀਅਲ ਦੇ ਆਸ-ਪਾਸ ਉਹ ਡੇਰਾ ਲਾ ਕੇ ਬੈਠੇ ਰਹੇ। ਬਾਅਦ ਜਦੋਂ ਤੁਹਾਡੇ ਯਾਦ ਹੋਣਾ ਰਵਨੀਤ ਬਿੱਟੂ ਦੇ ਨਾਲ ਕੁੱਟਮਾਰ ਹੋਈ ਸੀ ਉੱਥੇ, ਤਾਂ ਉਦੋਂ ਇਹ ਵੀ ਕਿਹਾ ਗਿਆ ਸੀ ਵੀ ਉਹ ਆਮ ਆਦਮੀ ਪਾਰਟੀ ਦੇ ਨੇ, ਇਹ ਵੀ ਦੋਸ਼ ਲੱਗਦੇ ਰਹੇ ਸੀਗੇ। ਤਾਂ ਕੁਝ ਚੀਜ਼ਾਂ ਜਿਹੜੀਆਂ ਅੱਜ ਅਰਵਿੰਦ ਕੇਜਰੀਵਾਲ ਨੇ ਕਹੀਆਂ ਉਹ ਸੱਚ ਨੇ। ਵਾਈਫਾਈ, ਟਾਇਲਟਸ, ਔਰ ਜਿਹੜਾ ਉਹਨਾਂ ਨੇ ਕਿਹਾ ਲੰਗਰ ਲਾਏ, ਸਾਡੇ ਬੰਦੇ ਬੈਠੇ ਰਹੇ, ਇਹ ਸਭ ਕੁਝ ਹੋਇਆ। ਤਾਂ ਹੁਣ ਇੱਕ ਗੱਲ ਇਹ ਪ੍ਰੂਵ ਹੋਈ ਕਿ ਜਿਹੜਾ ਫੈਸਲਾ ਲਿਆ ਗਿਆ ਉਹ ਅੱਛਾ ਫੈਸਲਾ ਲਿਆ ਗਿਆ ਕਿਸਾਨਾਂ ਵੱਲੋਂ। ਦੂਜਾ ਇਹ ਹੋਇਆ ਕਿ ਅਰਵਿੰਦ ਕੇਜਰੀਵਾਲ ਨੇ ਜਦੋਂ ਜੇਲ੍ਹਾਂ ਵਾਲੀ ਗੱਲ ਕੀਤੀ ਤਾਂ ਇਹ ਇੱਕ ਬੋਲਡ ਸਟੈਪ ਸੀਗਾ ਇੱਕ ਮੁੱਖ ਮੰਤਰੀ ਦਾ, ਪ੍ਰੈਸ਼ਰਾਈਜ਼ ਨਹੀਂ ਹੋਏ, ਔਰ ਉਹਨਾਂ ਨੇ ਸਟੈਪ ਲੈ ਕੇ, ਫੈਸਲਾ ਲੈ ਕੇ ਰਮਨ, ਔਰ ਤੁਸੀਂ ਦੇਖੋ ਕਿ ਜੇਲ੍ਹਾਂ ਸਟੇਡੀਅਮ ਨਹੀਂ ਬਣ ਦਿੱਤੇ। ਹੁਣ ਉਹ ਕਹਿੰਦੇ ਉਹਦਾ ਖਮਿਆਜ਼ਾ ਭੁਗਤਣਾ ਪਿਆ।
ਉਹ ਖਮਿਆਜ਼ਾ ਇਹ ਭੁਗਤਣਾ ਪਿਆ ਕਿ ਕੇਂਦਰ ਦੀ ਸਰਕਾਰ ਕਾਨੂੰਨ ਲੈ ਕੇ ਆਈ ਥੋੜੇ ਦਿਨ ਪਹਿਲਾਂ ਜਿਹੜਾ ਕਿ ਪਾਰਲੀਮੈਂਟ 'ਚ ਪਾਸ ਕਰਾਉਂਦੇ ਆ ਕਿ ਹੁਣ ਪਾਵਰਾਂ ਜਿਹੜੀਆਂ ਉਹ ਐਲਜੀ ਕੋਲੇ ਹੋਣਗੀਆਂ ਜੀ। ਤਾਂ ਫਿਰ ਤੁਸੀਂ ਦਿੱਲੀ ਨੂੰ ਮਿਊਨਿਸਪਲ ਕਮੇਟੀ ਹੀ ਰਹਿਣ ਦਿਓ ਨਾ ਕੱਲੀ, ਫਿਰ ਮੁੱਖ ਮੰਤਰੀ ਤੇ ਵਿਧਾਇਕੀ ਖਤਮ ਹੀ ਕਰ ਦਿਓ। ਜੇ ਇਸ ਤਰ੍ਹਾਂ ਤੁਸੀਂ ਦੇਖੋ ਕਿੰਨੀ ਇੱਕ ਇਹ ਗੱਲ ਹੈ ਕਿ ਮੁੱਖ ਮੰਤਰੀ ਹੋਊਗਾ ਜੀ, ਵਿਧਾਇਕ ਹੋਣਗੇ, ਪਾਵਰਾਂ ਨਹੀਂ ਹੋਣਗੀਆਂ ਕੋਈ ਫੈਸਲਾ ਲੈਣ ਦੀ। ਸਰ ਮੈਂ ਇਸੇ ਸਵਾਲ ਵੱਲ ਹੀ ਆਉਣਾ ਸੀ, ਪਰ ਉਦੋਂ ਪਹਿਲਾਂ ਨਾਲ ਹੀ ਇਹ ਗੱਲ ਜੁੜਦੀ ਹੈ ਕਿ ਜਦੋਂ ਉਹਨਾਂ ਨੇ ਅੱਜ ਇਹ ਵੀ ਕਿਹਾ ਵੀ ਤੁਹਾਨੂੰ ਹੁਣ ਆਪਣਾ ਮੋਰਚਾ ਚੱਕਣਾ ਨਹੀਂ ਚਾਹੀਦਾ, ਡਟੇ ਰਹੋ, ਕਿਸਾਨਾਂ ਦੀ ਸ਼ਹੀਦੀ ਜਿਹੜੀ ਬੇਕਾਰ ਨਾ ਜਾਵੇ ਤੇ ਤੁਸੀਂ ਪਿੱਛੇ ਨਾ ਮੁੜ ਜਾਓ ਕਿਤੇ। ਉਹ ਕੇਂਦਰ ਦੇ ਖਿਲਾਫ ਇੱਕ ਲੜਨ ਦਾ ਜ਼ਰੀਆ ਇਹ ਸਿਆਸਤ ਆ ਜਾਂ ਸੱਚੀ ਮੁੱਚੀ ਸੰਵੇਦਨਸ਼ੀਲਤਾ, ਜਾਂ ਫਿਰ ਇੱਕ ਇਹ ਚੀਜ਼ ਵੀ ਤਕਲੀਫ ਦੇ ਰਹੀ ਹੈ ਕਿ ਰਾਜਪਾਲ ਨੂੰ ਜ਼ਿਆਦਾ ਤਾਕਤਾਂ ਦੇ ਦਿਓ ਤੇ ਸਰਕਾਰ ਨੂੰ ਬਿਲਕੁਲ ਨਕਾਰਾ ਕਰਕੇ ਕੇਂਦਰ ਸਰਕਾਰ ਨੇ ਰੱਖ ਦਿੱਤਾ ਹੋਇਆ। ਨਹੀਂ ਦੇਖੋ, ਇਸ 'ਚ ਕੋਈ ਦੋ ਰਾਏ ਨਹੀਂ ਕਿ ਸਿਆਸਤ ਤਾਂ ਹੁੰਦੀ ਹੈ। ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ, ਜਿਸ ਪਾਰਟੀ ਨੇ ਇਲੈਕਸ਼ਨ ਲੜਨੇ ਆ ਉਹਦੇ ਮੋਟਿਵਸ ਤਾਂ ਕਲੀਅਰ ਹੁੰਦੇ ਹੀ ਹੈ ਕਿ ਉਹ ਸਿਆਸੀ ਗੱਲ ਹੈ, ਪਰ ਉਹਦੇ ਵਿੱਚ ਵੀ ਇੱਕ ਮੋਰੈਲਿਟੀ ਹੁੰਦੀ ਹੈ। ਜਿਵੇਂ ਮੈਂ ਪਹਿਲਾਂ ਕਿਹਾ ਕਿ ਉਹਦੇ 'ਚ ਵੀ ਚੰਗਾ ਜਾਂ ਮਾੜਾ ਤੈਅ ਕਰ ਸਕਦੇ ਹੋ ਤੁਸੀਂ। ਠੀਕ ਹੈ, ਸਿਆਸਤ ਕਰਨੀ ਹੈ ਕਰੋ, ਪਰ ਜਿਵੇਂ ਮੈਂ ਪਹਿਲਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਇੱਥੇ ਸਕੋਰ ਕੀਤਾ। ਇਹ ਮਨਜਿੰਦਰ ਸਿਰਸਾ ਨੇ ਦੇਖੋ ਤੁਸੀਂ ਸਕੋਰ ਕੀਤਾ। ਜਿਸ ਵੇਲੇ ਅੰਦੋਲਨ ਹੁੰਦਾ ਹੈ, ਅਕਾਲੀ ਦਲ ਉਦੋਂ ਇੰਨੀ ਪੋਜੀਸ਼ਨ 'ਚ ਨਹੀਂ ਸੀ ਕਿ ਅਕਾਲੀ ਦਲ ਦੇ ਲੀਡਰ ਆ ਕੇ ਕਿਸਾਨਾਂ 'ਚ ਉੱਥੇ ਬਹਿ ਸਕਦੇ। ਇੰਨਾ ਵਿਰੋਧ ਸੀ ਉਸ ਵੇਲੇ, ਗੁੱਸਾ ਸੀ। ਪੰਜਾਬ ਤੋਂ ਨਹੀਂ ਗਏ ਲੀਡਰ, ਤੁਸੀਂ ਦੇਖੋ ਜੇ ਇੱਕ ਦੋ ਗਏ ਵੀ ਤਾਂ ਬੜੇ ਹਿਡਨ ਤਰੀਕੇ ਨਾਲ ਗਏ। ਵੱਡਾ ਲੀਡਰ ਕੌਣ ਗਿਆ? ਮਨਜਿੰਦਰ ਸਿਰਸਾ ਨੇ ਚੰਗੇ ਕੰਮ ਕਰਕੇ ਪ੍ਰੂਵ ਕਰਤਾ ਕਿ ਜੇ ਤੁਸੀਂ ਲੋਕਾਂ ਦੀ ਗੱਲ ਕਰੋਗੇ, ਲੋਕਾਂ 'ਚ ਰਹੋਗੇ ਤਾਂ ਲੋਕ ਤੁਹਾਨੂੰ ਐਕਸੈਪਟ ਕਰਨਗੇ। ਉਹ ਪਹਿਲੇ ਦਿਨ ਵਿਰੋਧ ਹੋਇਆ ਸੀਗਾ। ਮਨਜਿੰਦਰ ਸਿਰਸਾ ਜਦੋਂ ਉੱਥੇ ਜਾਂਦੇ ਹੈ ਨਾ, ਪਹਿਲੇ ਦਿਨ ਵਿਰੋਧ ਹੁੰਦਾ ਹੈ। ਉਹਨਾਂ ਨੇ ਕਿਹਾ ਕਿ ਠੀਕ ਹੈ ਮੈਂ ਖੜਾ ਇੱਥੇ, ਮੇਰੇ ਯਾਦ ਹੈ ਉਹ ਵੀ ਇਨਸੀਡੈਂਟ। ਉਹਨਾਂ ਨੇ ਕਿਹਾ ਮੈਂ ਖੜਾ ਇੱਥੇ, ਤੁਸੀਂ ਜੋ ਮੈਨੂੰ ਕਹਿਣਾ ਚਾਹੁੰਦੇ ਹੋ ਕਰਨਾ ਕਰ ਲਓ, ਪਰ ਮੈਨੂੰ ਮੌਕਾ ਦਿਓ। ਇੱਥੇ ਡੀਐਸਟੀਐਮਸੀ ਦੇ ਲੰਗਰ ਦੇ ਤੌਰ ਤੇ, ਗੁਰੂ ਘਰ ਦਾ ਲੰਗਰ ਹੈ, ਮੈਂ ਬਤੌਰ ਪੋਲੀਟੀਸ਼ੀਅਨ ਇੱਥੇ ਨਹੀਂ ਆਇਆ, ਮੈਂ ਗੁਰੂ ਘਰ ਦੇ ਸੇਵਾਦਾਰ ਦੇ ਤੌਰ ਤੇ ਆਇਆ, ਮੈਨੂੰ ਸਮਾਂ ਦਿਓ, ਮੌਕਾ ਦਿਓ ਤੁਸੀਂ। ਫਿਰ ਜਥੇਬੰਦੀਆਂ ਦੇ ਆਗੂਆਂ ਵੱਲੋਂ ਵੀ ਕੋਈ ਐਸੀ ਗੱਲ ਨਹੀਂ ਆਈ ਕਿ ਉਹਨਾਂ ਨੇ ਕਿਹਾ ਹੋਵੇ ਇੱਥੋਂ ਚਲੇ ਜਾਣ, ਜਾਂ ਕਦੇ ਉਹਨਾਂ ਨੇ ਇਹ ਵੀ ਨਹੀਂ ਕਿਹਾ, ਤਾਂ ਐਕਸੈਪਟੇਬਿਲਟੀ ਹੋਈ ਨਾ। ਮਨਜਿੰਦਰ ਸਿਰਸਾ ਉਸੇ ਸਟੇਜ ਦੇ ਨੇੜੇ ਰਹਿੰਦੇ ਰਹੇ, ਉਹ ਰੋਜ਼ ਉੱਥੇ ਆਉਂਦੇ ਜਾਂਦੇ ਰਹੇ। ਉਹ ਯੂਪੀ ਤੱਕ ਫਿਰ ਗਏ, ਫਿਰ ਜਿੱਥੇ ਜਿੱਥੇ ਉਹਨਾਂ ਦਿਨਾਂ 'ਚ ਘਟਨਾਵਾਂ ਹੁੰਦੀਆਂ ਰਹੀਆਂ। ਸਿਮਿਲਰਲੀ ਅਰਵਿੰਦ ਕੇਜਰੀਵਾਲ ਵੀ ਗਏ ਉੱਥੇ। ਕਿਉਂ ਗਏ? ਐਕਸੈਪਟੇਬਿਲਟੀ ਆਈ। ਐਕਸੈਪਟੇਬਿਲਟੀ ਇਸ ਕਰਕੇ ਆਈ ਕਿ ਲੋਕਾਂ ਨੇ ਕਿਹਾ, ਆਵਾਮ ਨੇ ਕਿਹਾ ਕਿ ਠੀਕ ਹੈ ਤੁਸੀਂ ਪੋਲੀਟੀਕਲ ਹੋ ਤਾਂ ਰਹੋ, ਪਰ ਘੱਟੋ ਘੱਟ ਸਾਡੀ ਗੱਲ ਕਰ ਰਹੇ ਹੋ ਤਾਂ ਅਸੀਂ ਤੁਹਾਨੂੰ ਐਕਸੈਪਟ ਕਰਦੇ ਹਾਂ ਕਿ ਤੁਸੀਂ ਸਾਡੀ ਘੱਟੋ ਘੱਟ ਗੱਲ ਕਰ ਰਹੇ ਹੋ। ਇਸੇ ਤਰ੍ਹਾਂ ਬਾਕੀ ਲੀਡਰ ਜਿੰਨੇ ਰਹੇ, ਉਹਨਾਂ ਨੇ ਦਰਅਸਲ ਕਿਸਾਨ ਦੀ ਨਬਜ਼ ਹੀ ਨਹੀਂ ਫੜੀ। ਬਿਲਕੁਲ, ਮੈਂ ਕਹਿੰਦਾ ਸੁਖਬੀਰ ਬਾਦਲ ਜਾਂ ਹੋਰ ਵੱਡੇ ਲੀਡਰ ਸੀਗੇ, ਜਾਂ ਪੰਜਾਬ ਦੇ ਲੀਡਰ ਸੀਗੇ, ਜਾਂ ਕੈਪਟਨ ਅਮਰਿੰਦਰ ਸਿੰਘ ਵੀ ਰਿਸਕ ਲੈਂਦੇ, ਇੱਕ ਵਾਰੀ ਡਿਟੇਨ ਹੋ ਜਾਂਦੇ ਜਾਂ ਸਿਆਸਤ ਹੁੰਦੀ। ਬਹੁਤ ਮੈਨੂੰ ਪਤਾ ਸੀਐਮ ਸਿਕਿਉਰਿਟੀ ਹੈ, ਬਹੁਤ ਸਾਰੇ ਇਸ਼ੂਜ਼ ਨੇ, ਲੋਕ ਕਹਿਣਗੇ ਕਿ ਇਹ ਹਲਕੀ ਗੱਲ ਹੈ ਕਿ ਸੀਐਮ ਕਿਵੇਂ ਉੱਥੇ, ਕੋਸ਼ਿਸ਼ ਕਰਦੇ ਚਲੇ ਜਾਂਦੇ ਉੱਥੇ, ਕਹਿੰਦੇ ਖੱਟਰ ਸਰਕਾਰ ਨੂੰ ਕਿ ਮੈਂ ਉੱਥੋਂ ਜਾਣਾ ਹੈ, ਲੰਘਣਾ ਹੈ ਮੈਂ, ਔਰ ਉੱਥੇ ਕਾਫਲੇ ਦੇ ਵਿੱਚ ਬੈਠ ਕੇ ਦੇਖ, ਉੱਥੇ ਸਿੰਘੂ ਬਾਰਡਰ ਤੇ ਬੈਠਦੇ ਪੰਜਾਬ ਦੇ ਲੀਡਰਸ। ਸੁਖਬੀਰ ਬਾਦਲ ਜਾਂਦੇ, ਹਰਸਿਮਰਤ ਬਾਦਲ ਜਾਂਦੇ, ਪੰਜਾਬ ਦੇ ਬਾਕੀ ਲੀਡਰਸ ਜਿੰਨੇ ਸੀਗੇ ਉਹ ਜਾਂਦੇ, ਬੈਠਦੇ, ਨਾ ਸਟੇਜ ਤੇ ਬੋਲਦੇ। ਦਿਲਜੀਤ ਦੋਸਾਂਝ ਵਰਗੇ, ਗੁਰਦਾਸ ਮਾਨ ਵਰਗੇ ਥੱਲੇ ਬੈਠੇ ਆ ਕੇ, ਨਹੀਂ ਬੋਲੇ। ਚਲੋ ਬੋਲੇ ਨਹੀਂ ਬੋਲੇ ਇੱਕ ਵੱਖਰੀ ਗੱਲ ਹੈ, ਤਾਂ ਤੁਸੀਂ ਵੀ ਬੈਠਦੇ ਆ ਕੇ ਉਹਨਾਂ ਦੇ ਵਿੱਚ, ਤੁਸੀਂ ਸੇਵਾ ਕਰ ਲੈਂਦੇ। ਪਿੱਛੇ ਕਿਤੇ ਕੋਈ ਸਟੇਜ ਲਾ ਲੈਂਦੇ, ਸਟੇਜ ਕਹਿ ਰਿਹਾ, ਕੋਈ ਤੰਬੂ ਲਾ ਲੈਂਦੇ, ਲੰਗਰ ਹੀ ਵਰਤਾ ਜਾਂਦੇ ਆ ਕੇ, ਤੁਸੀਂ ਕੁਝ ਨਾ ਕਰਦੇ। ਐਕਸੈਪਟੇਬਿਲਿਟੀ ਦੀ ਗੱਲ ਹੈ ਕਿ ਜੇ ਤੁਸੀਂ ਇਹੋ ਜਿਹੇ ਜੈਸਚਰ ਨਹੀਂ ਕਰੋਗੇ, ਸਿਰਫ ਤੁਸੀਂ ਬਿਆਨਬਾਜ਼ੀਆਂ ਕਰੋਗੇ, ਲੋਕ ਬਰਦਾਸ਼ਤ ਨਹੀਂ ਕਰਨਗੇ। ਤਾਂ ਉਹ ਅਰਵਿੰਦ ਕੇਜਰੀਵਾਲ ਦੀ ਐਕਸੈਪਟੇਬਿਲਿਟੀ ਇਸ ਕਰਕੇ ਆਈ ਕਿ ਉਹਨੇ ਡਿਲੀਵਰ ਕਰਤਾ, ਉਸੇ ਵੇਲੇ ਨਬਜ਼ ਫੜ ਲਈ ਕਿ ਕਿਸਾਨਾਂ ਨੂੰ ਆਹ ਚੀਜ਼ਾਂ ਦੀ ਲੋੜ ਹੈ, ਮੈਂ ਇਹ ਕੰਮ ਕਰਦਾ। ਰਾਕੇਸ਼ ਟਕੈਤ ਨੂੰ ਉਹਨਾਂ ਨੇ ਕਿਹਾ ਕਿ ਮੈਂ ਫੋਨ ਕੀਤਾ। ਤਾਂ ਉਹ ਇਹ ਚੀਜ਼ਾਂ ਗੁੱਡ ਜੈਸਚਰਸ ਨੇ। ਦੇਖੋ ਅਸੀਂ ਸਾਰੇ ਹੀ ਇਮੋਸ਼ਨਸ ਦੇ ਬੱਝੇ ਹੁੰਨੇ ਆ, ਸਾਨੂੰ ਕਈ ਵਾਰੀ ਅਸੀਂ ਸਾਰੀਆਂ ਮਗਰਲੀਆਂ ਪਿਛਲੀਆਂ ਕੀਤੀਆਂ ਤੁਹਾਡੀਆਂ ਮਾਫ ਕਰ ਦਿੰਨੇ ਆ। ਇੱਥੇ ਕੀ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਜਿਸ ਤਰੀਕੇ ਨਾਲ ਕੇਜਰੀਵਾਲ ਸਾਹਿਬ ਨੇ ਕਿਹਾ ਵੀ ਮੈਂ ਸੁਣ ਰਿਹਾ ਕਿ ਦੂਜੀਆਂ ਪਾਰਟੀਆਂ ਦੇ ਆਗੂ ਜਦੋਂ ਲੋਕਾਂ 'ਚ ਜਾਂਦੇ ਆ ਤੇ ਲੋਕ ਉਹਨਾਂ ਦਾ ਬਹੁਤ ਵੱਡੇ ਪੱਧਰ ਤੇ ਵਿਰੋਧ ਕਰਦੇ ਆ, ਪਰ ਜਦੋਂ ਆਮ ਆਦਮੀ ਪਾਰਟੀ ਦੇ ਲੋਕ ਜਾਂਦੇ ਆ ਤੇ ਉਹਨਾਂ ਦਾ ਸਵਾਗਤ ਹੁੰਦਾ, ਹਕੀਕਤ ਇਹਦੇ 'ਚ? ਨਹੀਂ, ਦੇਖੋ ਉਹਦੇ 'ਚ ਇੱਕ ਦੋ ਤਿੰਨ ਰੀਜ਼ਨਸ ਨੇ। ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਆਗੂ ਗਏ ਉੱਥੇ, ਪਰ ਉਹ ਪਾਰਟੀ ਨੂੰ ਰਿਪਰੈਜ਼ੈਂਟ ਕਰਨ ਨਹੀਂ ਗਏ। ਦੂਜੀ ਗੱਲ ਇਹ ਸੀਗੇ ਕਿ ਆਮ ਆਦਮੀ ਪਾਰਟੀ ਦਾ ਉਸ ਲੈਵਲ ਦਾ ਕੋਈ ਵਿਰੋਧ ਨਹੀਂ ਹੈਗਾ, ਕਿਉਂਕਿ ਪਾਰਟੀ ਸੱਤਾ 'ਚ ਨਹੀਂ ਰਹੀ ਕਦੇ ਪੰਜਾਬ ਦੇ ਵਿੱਚ, ਔਰ ਪਾਰਟੀ ਦੇ ਬਹੁਤ ਸਾਰੇ ਸਿਨੈਰੀਓਜ਼ ਵੱਖਰੇ ਰਹੇ ਹੈ। ਭਗਵੰਤ ਮਾਨ ਤੋਂ ਲੋਕਾਂ ਨੂੰ ਬਹੁਤ ਉਮੀਦਾਂ
ਸੀਗੀਆਂ ਤੇ ਹੈਗੀਆਂ ਵੀ, ਇਸ 'ਚ ਕੋਈ ਦੋ ਰਾਏ ਨਹੀਂ ਹੈ। ਜੀ। ਤਾਂ ਵਿਰੋਧ ਤਾਂ ਹੁੰਦਾ ਜੇ ਆਮ ਆਦਮੀ ਪਾਰਟੀ ਕੁਝ ਡਿਲੀਵਰ ਕਰਨ ਦੇ ਹਾਲਾਤ 'ਚ ਹੁੰਦੀ ਤੇ ਨਾ ਕਰਦੀ। ਪਾਰਟੀ ਦੇ ਕਈ ਸਿਨੈਰੀਓਜ਼ ਰਹੇ ਆ, ਪਰ ਜਿਹੜੀ ਗੱਲ ਮੈਂ ਕਰ ਰਿਹਾ ਕਿ ਉਹ ਦਿੱਲੀ 'ਚ ਤਾਂ ਪਾਵਰ 'ਚ ਸੀਗੇ, ਦਿੱਲੀ 'ਚ ਡਿਲੀਵਰ ਕਰ ਸਕਦੇ ਸੀ, ਤਾਂ ਉਹਨਾਂ ਨੇ ਹੈਲਪ ਕੀਤੀ ਜਿੰਨੀ ਉਹ ਕਰ ਸਕਦੇ ਸੀਗੇ। ਹੁਣ ਬਹੁਤ ਸਾਰੀਆਂ ਚੀਜ਼ਾਂ, ਇਹ ਵੀ ਇੱਕ ਆਇਆ, ਸੁਖਪਾਲ ਖਹਿਰਾ ਨੇ ਇੱਕ ਵਾਰੀ ਇਹ ਜ਼ਿਕਰ ਕੀਤਾ ਸੀਗਾ ਕਿ ਅਰਵਿੰਦ ਕੇਜਰੀਵਾਲ ਦੀ ਸਰਕਾਰ ਦਿੱਲੀ ਦੇ ਵਿੱਚ ਇਸੇ ਲਾਅ ਨੂੰ ਲਾਗੂ ਕਰਨਾ ਚਾਹੁੰਦੀ ਸੀਗੀ। ਇੱਕ ਮੰਡੀ ਉੱਥੇ ਬੰਦ ਹੋਣ ਦੀ ਕਗਾਰ ਤੇ ਸੀਗੀ ਕਿ ਮੰਡੀ ਬੰਦ ਕਰ ਦਿੱਤੀ ਜਾਵੇ। ਇਹ ਸਾਰੀਆਂ ਗੱਲਾਂ ਵੀ ਆਈਆਂ, ਬਾਅਦ 'ਚ ਫਿਰ ਕਲੀਅਰ ਕੀਤਾ ਆਮ ਆਦਮੀ ਪਾਰਟੀ ਨੇ, ਕਿਹਾ ਕਿ ਨਹੀਂ ਅਸੀਂ ਇਸ ਤਰ੍ਹਾਂ ਦਾ ਕੁਝ ਨਹੀਂ ਕਰ ਰਹੇ ਸੀਗੇ। ਇਹ ਸਾਰਾ ਕੁਝ ਵੀ ਹੋਇਆ ਆਮ ਆਦਮੀ ਪਾਰਟੀ ਦੇ ਨਾਲ। ਪਰ ਇਹਦੇ 'ਚ ਇੰਪੋਰਟੈਂਟ ਗੱਲ ਇਹ ਸੀਗੀ ਕਿ ਜਦੋਂ ਬੀਜੇਪੀ ਦੀ ਇੰਟੈਂਸ਼ਨ ਦੇ ਉੱਤੇ ਸਾਰੇ ਸਵਾਲ ਕਰ ਰਹੇ ਹੈ, ਤਾਂ ਹੁਣ ਇਹ ਸਭ ਤੋਂ ਵੱਡਾ ਇੰਪੋਰਟੈਂਟ ਨਿਕਲ ਕੇ ਆਇਆ ਕਿ ਤੁਸੀਂ ਜੇ ਪਾਵਰਾਂ ਐਲਜੀ ਨੂੰ ਦੇ ਦਿੰਦੇ ਹੋ। ਬੜਾ ਵੱਡਾ ਰੇੜਕਾ ਰਿਹਾ ਜਦੋਂ ਨਜੀਬ ਜੰਗ ਐਲਜੀ ਸੀਗੇ, ਤੇ ਅਰਵਿੰਦ ਕੇਜਰੀਵਾਲ ਤੇ ਨਜੀਬ ਜੰਗ ਦਾ ਰੋਜ਼ ਰੇੜਕਾ ਰਹਿੰਦਾ ਸੀਗਾ। ਕੇਜਰੀਵਾਲ ਕੋਈ ਸਟੈਪ ਲੈਂਦੇ ਸੀ, ਨਜੀਬ ਜੰਗ ਉਹ ਅਪਰੂਵ ਨਹੀਂ ਸੀ ਕਰਦੇ ਹੁੰਦੇ, ਤਾਂ ਫਿਰ ਸਰਕਾਰ ਕਿੱਦਾਂ ਚੱਲਦੀ? ਅੱਜ ਤੱਕ ਤਾਂ ਕਦੇ ਨਹੀਂ ਸੀ ਹੋਇਆ। ਸ਼ੀਲਾ ਦੀਕਸ਼ਿਤ 15 ਸਾਲ ਮੁੱਖ ਮੰਤਰੀ ਰਹੀ, ਕਦੇ ਇਹੋ ਜੀ ਗੱਲ ਨਹੀਂ ਹੋਈ। ਕਾਂਗਰਸ ਦੀ ਸੈਂਟਰ 'ਚ ਈਵਨ ਜਦੋਂ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਸੀ, ਅਸੀਂ ਇਹ ਚੀਜ਼ਾਂ ਕਦੇ ਨਹੀਂ ਦੇਖੀਆਂ ਦਿੱਲੀ 'ਚ ਇਸ ਤਰ੍ਹਾਂ ਦਾ ਰੇਡ ਕਰ ਰਿਹਾ ਹੋਵੇ। ਤਾਂ ਇਹ ਬਹੁਤ ਇੰਪੋਰਟੈਂਟ ਸੀ ਕਿ ਅਰਵਿੰਦ ਕੇਜਰੀਵਾਲ ਜੇ ਕੰਮ ਕਰ ਰਹੇ ਸੀ ਤਾਂ ਉਹਨਾਂ ਨੂੰ ਕਰਨ ਦਿੱਤਾ ਜਾਂਦਾ। ਉਹ ਵਾਰ-ਵਾਰ ਉਹਨਾਂ ਨੇ ਕਿਹਾ ਨਹੀਂ ਕੰਮ, ਔਰ ਹੁਣ ਤਾਂ ਤੁਸੀਂ ਕਾਨੂੰਨ ਹੀ ਲੈ ਆਂਦਾ ਕਿ ਉਹਨਾਂ ਕੋਲੇ ਪਾਵਰਾਂ ਨਹੀਂ ਰਹੀਆਂ, ਤਾਂ ਫਿਰ ਕੀ ਰਹਿ ਗਿਆ ਦਿੱਲੀ? ਔਰ ਉਹਨਾਂ ਨੇ ਇੱਕ ਹੋਰ ਗੱਲ ਕਹੀ ਕਿ ਤੁਸੀਂ ਦੇਖੋ, ਇੱਕ ਵਾਰੀ 62, ਇੱਕ ਵਾਰੀ 67 ਸੀਟਾਂ ਜਿੱਤੀ ਹੋਵੇ ਪਾਰਟੀ, ਔਰ ਉਹਦਾ ਮੁੱਖ ਮੰਤਰੀ ਹੁਣ ਹੈਲਪਲੈਸ ਹੈ ਕਿ ਉਹ ਕੋਈ ਫੈਸਲਾ ਹੀ ਨਹੀਂ ਲੈ ਸਕੂਗਾ। ਫਿਰ ਤਾਂ ਕੱਲੀ ਕਾਰਪੋਰੇਸ਼ਨ ਬਣਾ ਕੇ ਛੱਡ ਦਿਓ, ਇੱਕ ਇਹ ਵੀ ਕਾਨੂੰਨ ਬਣਾ ਦਿਓ ਕਿ ਦਿੱਲੀ 'ਚ ਕੋਈ ਚੋਣਾਂ ਮੁੱਖ ਮੰਤਰੀ ਬਣਾਉਣ ਦੀ ਲੋੜ ਹੀ ਨਹੀਂ ਹੈ, ਐਲਜੀ ਸਾਰੇ ਫੈਸਲੇ ਕਰ ਲਿਆ ਕਰੇ, ਔਰ ਉਹ ਕਾਰਪੋਰੇਸ਼ਨ ਦਾ ਮੇਅਰ ਹੈ ਜਿਹੜਾ ਉਹ ਐਲਜੀ ਤੱਕ ਜਾਂਦਾ ਰਿਹਾ ਕਰੇ। ਫਿਰ ਇਹ ਰੇੜਕਾ ਖਤਮ ਹੀ ਕਰ ਦਿਓ ਜੇ ਉਹਨੂੰ ਕੋਈ ਪਾਵਰ ਹੀ ਨਹੀਂ ਮੁੱਖ ਮੰਤਰੀ ਨੂੰ ਦੇ ਕੇ ਰੱਖਣੀ। ਕੇਜਰੀਵਾਲ ਸਾਹਿਬ ਨੇ ਕਿਹਾ ਕਿ ਮੈਨੂੰ ਇਸ ਲਈ ਸਜ਼ਾ ਦਿੱਤੀ ਜਾ ਰਹੀ ਹੈ ਕੇਂਦਰ ਦੇ ਵੱਲੋਂ, ਇਸ ਲਈ ਮੈਨੂੰ ਹਰ ਮੁਹਾਜ਼ ਤੇ ਘੇਰਿਆ ਜਾ ਰਿਹਾ ਕਿਉਂਕਿ ਮੈਂ ਕਿਸਾਨਾਂ ਦਾ ਸਾਥ ਦਿੱਤਾ। ਤੇ ਉਹਨਾਂ ਨੇ ਬੀਜੇਪੀ ਦੇ ਕਾਫੀ ਸਾਰੇ ਪਰਦੇ ਵੀ ਕਹਿੰਦੇ ਆ ਫਾਸ਼ ਕੀਤੇ ਆ। ਜਿਹੜੀਆਂ ਚੀਜ਼ਾਂ ਤੁਸੀਂ ਦੱਸੀਆਂ ਤੋਂ ਬਿਨਾਂ ਕੋਈ ਹੋਰ ਚੀਜ਼ ਵੀ ਹੈ ਧਿਆਨ ਦੇਣ ਯੋਗ ਜਿਹਦਾ ਉਹਨਾਂ ਨੇ ਇਲਜ਼ਾਮ ਸਿੱਧਾ ਕੇਂਦਰ ਦੇ ਉੱਤੇ ਲਾਇਆ ਹੋਵੇ? ਨਹੀਂ, ਇਹਦੇ 'ਚ ਮੈਨੂੰ ਇੱਕ ਸਭ ਤੋਂ ਅੱਜ ਦੀ ਇੱਕ ਇਹ ਖਾਸ ਜ਼ਰੂਰ ਗੱਲ ਲੱਗੀ ਕਿ ਅਕਸਰ ਲੀਡਰ ਜਦੋਂ ਸਟੇਜ ਤੇ ਜਾਂਦਾ ਨਾ, ਉਹ ਕਦੇ ਇਹ ਗੱਲ ਨਹੀਂ ਕਹਿੰਦਾ ਹੁੰਦਾ ਕਿ ਲੋਕ ਉੱਠ ਕੇ ਚਲੇ ਗਏ। ਉਹ ਤਾਂ 100 ਬੰਦੇ ਨੂੰ ਵੀ ਕਹਿੰਦਾ ਕਿ ਇੱਥੇ 10,000 ਬੰਦਾ ਬੈਠਾ ਹੈ। ਬਿਲਕੁਲ ਪਹਿਲੀ ਵਾਰੀ ਹੋਣਾ ਕਿ ਮੈਂ ਅੱਜ ਜਦੋਂ ਸੁਣ ਰਿਹਾ ਸੀ ਤਾਂ ਉਹਨਾਂ ਨੇ, ਕਿਉਂਕਿ ਉਹ ਲੇਟ ਹੋ ਗਏ, ਉਹਨਾਂ ਨੇ ਕਿਹਾ ਕਿ ਕਿਸਾਨੀ ਸੰਘਰਸ਼, ਕਿਉਂਕਿ ਜਿਹੜੀ ਘਟਨਾ ਹੋਈ ਕੱਲ ਰੋਹਤਕ ਦੇ ਵਿੱਚ ਕਿਸਾਨਾਂ ਤੇ ਜਿਹੜਾ ਲਾਠੀ ਚਾਰਜ ਕੀਤਾ ਗਿਆ, ਉਸ ਤੋਂ ਬਾਅਦ ਪੂਰੇ ਹਰਿਆਣੇ ਤੇ ਹਰਿਆਣੇ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਕਿਸਾਨਾਂ ਨੇ ਹਾਈਵੇ ਜਾਮ ਕੀਤੇ ਹੋਏ ਹੈ। ਤਾਂ ਉਸ ਘਟਨਾ ਨੂੰ ਦੇਖਦੇ ਉਹ ਕਹਿੰਦੇ ਕਿ ਮੈਂ ਇੱਥੇ ਲੇਟ ਪਹੁੰਚਿਆ, ਤਾਂ ਉਹ ਕਹਿੰਦੇ ਕਿ ਮੈਂ ਮਾਫੀ ਚਾਹੁੰਦਾ ਕਿ ਮੇਰੇ ਆਉਣ ਤੋਂ ਪਹਿਲਾਂ ਬਹੁਤ ਸਾਰੇ ਲੋਕ ਉੱਠ ਕੇ ਚਲੇ ਗਏ ਕਿਉਂਕਿ ਮੈਂ ਲੇਟ ਹੋ ਗਿਆ। ਲੀਡਰ ਇਹ ਗੱਲ ਕਹਿੰਦਾ ਨਹੀਂ ਹੁੰਦਾ ਵੈਸੇ, ਉਹ ਕਹਿੰਦਾ ਕਿ ਬਹੁਤ ਸਾਰੇ ਲੋਕ ਜੀ। ਇੱਕ ਮੇਰੇ ਯਾਦ ਹੈ ਪੰਜਾਬ ਦਾ ਇੱਕ ਲੀਡਰ ਦਾ ਇੱਕ ਪੈਟ ਬਿਆਨ ਹੈ, ਅਸੀਂ ਕਈ ਵਾਰੀ ਜਦੋਂ ਕਵਰ ਕਰਦੇ ਹੁੰਦੇ ਨਾ ਰਮਨ ਰੈਲੀਆਂ, ਤੇ ਅਸੀਂ ਪੱਤਰਕਾਰ ਪਾਸੇ ਖੜੇ ਹੱਸਦੇ ਵੀ ਹੁੰਨੇ ਆ। ਅਸੀਂ ਆਪਸ 'ਚ ਡਿਸਕਸ ਕਰਦੇ ਆ ਵੀ ਲੈ ਬਈ ਹੁਣ ਇਹ ਕਹੂਗਾ ਵੀ ਕੱਲਾ ਪੰਡਾਲ 'ਚ ਹੀ ਨਹੀਂ, ਇੱਥੋਂ ਸੜਕ ਤੇ ਜੇ ਤੁਸੀਂ ਜਾਓਗੇ ਤਾਂ ਕਈ ਕਿਲੋਮੀਟਰ ਦਾ ਕਾਫਲਾ ਪਿੱਛੇ ਖੜਾ ਹੈ ਜਿਹੜਾ ਹਾਲੇ ਪੰਡਾਲ 'ਚ ਪਹੁੰਚ ਹੀ ਨਹੀਂ ਸਕਿਆ, ਤੇ ਮੈਂ ਮਾਫੀ ਚਾਹਣਾ ਸਾਡੇ ਇੰਤਜ਼ਾਮ ਘੱਟ ਰਹਿ ਗਏ। ਤੇ ਦਰਅਸਲ ਅਸੀਂ ਹੱਸ ਰਹੇ ਹੁੰਨੇ ਆ ਕਿ ਯਾਰ ਅਸੀਂ ਤਾਂ ਹੁਣੇ 15 ਮਿੰਟ ਪਹਿਲਾਂ ਇੱਥੋਂ ਲੰਘ ਕੇ ਆਏ ਆ, ਸਾਨੂੰ ਤਾਂ ਕੋਈ ਉੱਥੇ ਦੱਸਿਆ ਨਹੀਂ ਹੈ। ਇਸ ਗੱਲ ਦੇ ਵਿੱਚ ਇਹ ਵੀ ਹੈ ਕਿ ਜਿਹੜੀ ਬੰਗਾਲ ਦੀ ਤੁਸੀਂ ਕਵਰ ਕੀਤੀ ਸੀ ਨਾ ਬੀਜੇਪੀ ਦੀ ਇੱਕ ਰੈਲੀ, 20 ਕੁਰਸੀਆਂ ਦੀ ਇੱਕ ਬਹੁਤ ਵੱਡੀ ਰੈਲੀ, ਉਹ ਵੀ ਯਾਦ ਆਉਂਦੀ? ਉਹ ਵੀ ਨਹੀਂ, ਉਹ ਵੀ ਕਹਿੰਦੇ ਹੋਣੇ ਆ ਕਿ ਪਿੱਛੇ ਬੰਦੇ ਬਹੁਤ ਰਹਿ ਗਏ ਆ, ਸਟੇਜ ਹੀ ਇਸ ਤਰੀਕੇ ਨਾਲ ਸਜਾਈ ਹੁੰਦੀ, ਲੱਗਦਾ ਹੁੰਦਾ ਕਿ ਬਹੁਤ ਲੋਕ ਬੈਠੇ, ਬਹੁਤ ਦੁਨੀਆ ਬੈਠੀ ਹੈ, ਜਾਂ ਡਰੋਨ ਦੇ ਸ਼ਾਟ ਬੜੇ ਕਮਾਲ ਲਏ ਜਾਂਦੇ ਆ, ਹਨਾ। ਤਾਂ ਇੱਕ ਇਹ ਵੀ ਗੱਲ ਹੈ, 10,000 ਦੇ ਇਕੱਠ ਨੂੰ 50,000, 20,000 ਦੇ ਨੂੰ ਲੱਖ, ਜੇ ਜਿੱਥੇ 40,000 ਬੰਦਾ ਇਕੱਠਾ ਹੋ ਜਾਂਦਾ ਹੈ, 40-50,000, ਉਹ ਫਿਰ ਮਹਾ ਰੈਲਾ ਬਣ ਜਾਂਦਾ, ਉਹ ਵੀ ਇਹ ਰੈਲੀ ਨਹੀਂ ਹੈ। ਤੇ ਉਹ ਕਿਹਾ ਜਾਂਦਾ ਵੀ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚੇ। ਮੈਂ ਅਕਸਰ ਇਹਦਾ ਵੀ ਇੱਕ ਕਈ ਵਾਰੀ ਨਾ, ਅਸੀਂ ਤਾਂ ਵੈਸੇ ਜਦੋਂ ਜਰਨਲਿਸਟ ਅਸੀਂ 3 ਫੁੱਟ ਦੇ ਹਿਸਾਬ ਤੇ ਗਿਣਦੇ ਹਾਂ ਕਿ 2.5 ਤੋਂ 3 ਫੁੱਟ 'ਚ ਇੱਕ ਬੰਦਾ ਰਹਿੰਦਾ ਹੈ, ਤਾਂ ਇਹ ਮੈਜਰ ਕਰ ਲਓ ਵੀ ਕਿੰਨਾ ਲੰਮਾ ਪੰਡਾਲ ਹੈ। ਪਹਿਲਾ ਸਵਾਲ ਆਰਗੇਨਾਈਜ਼ਰ ਨੂੰ ਸਾਡਾ ਇਹੀ ਹੁੰਦਾ ਹੈ, ਜਿਹਦੀ ਵੀ ਰੈਲੀ ਹੁੰਦੀ, ਕਿੰਨੇ ਬਾਈ ਕਿੰਨੇ ਦਾ ਪੰਡਾਲ ਹੈ, ਉਹ ਦੱਸ ਦਿੰਦਾ। ਫਿਰ ਅਸੀਂ ਆਈਡੀਆ ਲਾ ਲੈਂਦੇ ਆ ਵੀ ਇੰਨਾ ਕੁ ਇਕੱਠ ਇੱਥੇ ਹੋਣਾ ਹੈ, ਹਨਾ। ਬੰਦੇ ਆਉਂਦੇ ਵੀ ਆ, ਜਾਂਦੇ ਵੀ ਆ, ਤਾਂ ਉਹ ਵੈਸੇ ਇੰਪੋਰਟੈਂਟ ਨਹੀਂ ਹੁੰਦਾ। ਅੱਜ ਕੱਲ ਇਹ ਗੱਲਾਂ ਹੀ ਖਤਮ ਹੋ ਗਈਆਂ ਵੀ ਕਿੰਨਾ ਇਕੱਠ ਹੈ, ਸਾਈਕੋਲੋਜੀਕਲ ਗੱਲਾਂ ਹੁੰਦੀਆਂ ਸੀ ਇਹ। ਤਾਂ ਮੈਂ ਕਈ ਵਾਰੀ ਇਹ ਕਹਿਣਾ ਹੁੰਦਾ ਕਿ ਜਦੋਂ ਕੋਈ ਕਹਿੰਦਾ ਵੀ ਅੱਜ 3 ਲੱਖ ਦਾ ਇਕੱਠ ਸੀਗਾ, ਤੇ ਉਹਨੂੰ ਇਹ ਪੁੱਛੋ ਵੀ ਮੋਹਾਲੀ ਕ੍ਰਿਕਟ ਸਟੇਡੀਅਮ ਮੈਚ ਨਾਲੋਂ ਜ਼ਿਆਦਾ
ਜ਼ਿਆਦਾ ਸੀ ਉਹ ਕਹਿਣਗੇ ਨਹੀਂ ਨਹੀਂ ਉੱਥੇ ਤਾਂ ਬਹੁਤ ਹੁੰਦਾ ਹੈ, ਉਹਦੀ ਤਾਂ ਕਪੈਸਿਟੀ 18000 ਦੀ ਹੈ ਸਾਰੀ ਮੋਹਾਲੀ ਸਟੇਡੀਅਮ ਦੀ, ਜਾਂ 30000 ਦੀ ਹੋਊਗੀ ਮੈਕਸਿਮਮ, ਹਨਾ। ਇਦੋਂ ਵੱਧ ਕਪੈਸਿਟੀ ਤਾਂ ਹੈ ਨਹੀਂ ਗੀ, 30-35000 ਦੀ ਕਪੈਸਿਟੀ ਹੋਊਗੀ। ਤੇ ਤੁਸੀਂ ਜਿਹਨੂੰ ਲੱਖਾਂ ਦਾ ਕਹਿ ਰਹੇ ਹੋ, ਜੇ ਪੁੱਛੀਏ ਵੀ ਉਹ ਮੋਹਾਲੀ ਜੇ ਇੰਡੀਆ ਪਾਕਿਸਤਾਨ ਦੇ ਮੈਚ ਨਾਲੋਂ ਜ਼ਿਆਦਾ ਹੈ, ਉਹ ਕਹਿਣਗੇ ਨਹੀਂ ਨਹੀਂ ਉਹ ਤਾਂ ਬਹੁਤ ਹੁੰਦਾ ਹੈ। ਤਾਂ ਇਹ ਦੇਖੋ ਇਹ ਚੀਜ਼ਾਂ ਤਾਂ ਚੱਲਦੀਆਂ ਰਹਿੰਦੀਆਂ, ਬਟ ਮੈਨੂੰ ਲੱਗਦਾ ਹੈ ਕਿ ਕਿਸਾਨ ਹਤੈਸ਼ੀ ਹੋਣਾ ਨਾ ਹੋਣਾ ਜਾਂ ਸਿਆਸਤ ਇਹਦੇ ਵਿੱਚ ਇਹ ਚੱਲਣੀ ਹੈ। ਆਉਣ ਵਾਲੇ ਦਿਨਾਂ 'ਚ ਸਾਨੂੰ ਬਹੁਤ ਬਿਆਨ ਦੱਸਣਗੇ, ਬਟ ਐਟਲੀਸਟ ਇਹ ਹੈ ਕਿ ਅਰਵਿੰਦ ਕੇਜਰੀਵਾਲ ਨੇ ਅੱਜ ਦੀ ਜਿਹੜੀ ਸਪੀਚ ਉਹਨਾਂ ਨੇ ਦਿੱਤੀ ਹੈ, ਜਾਂ ਜੋ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਵਿੱਚ ਜਿਸ ਤਰ੍ਹਾਂ ਪਿਛਲਾ ਕਾਰਾ ਰਿਹਾ ਹੈ, ਐਟਲੀਸਟ ਉਹ ਲੋਕਾਂ 'ਚ, ਇਹ ਮੈਂ ਨਹੀਂ ਕਹਿ ਰਿਹਾ ਕਿ ਮੇਰਾ ਐਨਾਲਿਸਿਸ ਹੋਵੇ ਕਿ ਅਰਵਿੰਦ ਕੇਜਰੀਵਾਲ ਚੰਗੇ ਆ ਜਾਂ ਮਾੜੇ ਆ, ਮੈਂ ਤਾਂ ਸਿਰਫ ਇਹ ਦੇਖ ਰਿਹਾ ਕਿ ਐਕਸੈਪਟੇਬਿਲਿਟੀ ਕਿਹੜੇ ਲੀਡਰਾਂ ਦੀ ਹੋਈ ਸੰਘਰਸ਼ 'ਚ, ਸ਼ਰੇਆਮ ਕਿਹੜੇ ਆ ਕੇ ਉੱਥੇ ਬੋਲ ਸਕੇ। ਅਰਵਿੰਦ ਕੇਜਰੀਵਾਲ ਸ਼ਰੇਆਮ ਆ ਸਕੇ, ਮਨਜਿੰਦਰ ਸਿਰਸਾ ਇਜ਼ ਵਨ ਆਫ them ਜੋ ਸ਼ਰੇਆਮ ਆ ਸਕੇ, ਹਨਾ। ਹੋਰ ਬਾਕੀ ਜਿਹੜੇ ਮੈਨੂੰ ਬਹੁਤੇ ਵੱਡੇ ਲੀਡਰ ਕੋਈ ਨਹੀਂ ਯਾਦ ਆ ਰਹੇ, ਜਿਹੜੇ ਆਮ ਆਦਮੀ ਪਾਰਟੀ ਦੇ ਕੁਝ ਲੀਡਰ ਜਾਂ ਅਕਾਲੀ ਦਲ ਦੇ ਵੀ ਕੁਝ ਲੀਡਰਸ ਉੱਥੇ ਰਹੇ ਹੈ। ਅਕਾਲੀ ਦਲ ਦੇ ਕੁਝ ਲੀਡਰ ਆਉਂਦੇ ਜਾਂਦੇ ਰਹਿੰਦੇ ਹੁੰਦੇ ਸੀਗੇ, ਮੇਰੇ ਯਾਦ ਹੈ। ਵੱਡਾ ਲੀਡਰ ਨਹੀਂ ਆਇਆ ਕੋਈ ਜਿਹੜਾ ਆ ਕੇ ਉੱਥੇ ਬੈਠਿਆ ਹੋਵੇ ਵਿਚਾਲੇ, ਜਿਹਨੇ ਕੋਈ ਸੇਵਾ ਕੀਤੀ ਹੋਵੇ। ਕਾਂਗਰਸ ਦੇ ਲੀਡਰਾਂ ਨੇ ਤਾਂ ਤੁਸੀਂ ਦੇਖੋ ਆਪਦਾ ਮੋਰਚਾ ਹੀ ਵੱਖਰਾ ਲਾਤਾ ਜਾ ਕੇ ਉੱਥੇ, ਉਹ ਤਾਂ ਅਟੈਕ ਹੀ ਕਿਸਾਨ ਲੀਡਰਾਂ ਤੇ ਕਰਦੇ ਰਹੇ। ਰਵਨੀਤ ਬਿੱਟੂ ਤਾਂ ਅਟੈਕ ਹੀ ਲੀਡਰਾਂ ਦੇ ਉੱਤੇ ਸਵਾਲ ਕਰਦੇ ਰਹੇ, ਇਸ ਤਰ੍ਹਾਂ ਨੇ ਉਸ ਤਰ੍ਹਾਂ ਨੇ। ਤਾਂ ਇਹ ਸਾਰੀਆਂ ਚੀਜ਼ਾਂ ਆਵਾਮ ਦੇ ਜ਼ਿਹਨ 'ਚ ਰਹਿਣਗੀਆਂ, ਔਰ ਵੱਡੀ ਗੱਲ ਹੈ ਕਿ ਜਿਹੜੇ ਸਿਆਸਤ ਦੇ ਨਾਲ ਨਾਲ ਜਿਹੜਾ ਮੋਰੈਲਿਟੀ ਜਿਹੜੀ ਚੰਗੀ ਦਿਖਾ ਕੇ ਕੁਝ ਚੰਗਾ ਕਰ ਜਾਣਗੇ, ਇਤਿਹਾਸ ਫਿਰ ਯਾਦ ਰੱਖੂਗਾ। ਮੇਰਾ ਆਖਰੀ ਸਵਾਲ ਸਰ ਇਸੇ ਚੀਜ਼ ਨਾਲ ਹੀ ਹੈ ਕਿ ਭਾਜਪਾ ਦਾ ਅਕਸ ਵਿਗੜਿਆ, ਕੇਜਰੀਵਾਲ ਸਾਹਿਬ ਨੇ ਵੀ ਕਿਹਾ, ਤੇ ਜਨਤਾ ਇਹਨਾਂ ਤੋਂ ਜਵਾਬ ਮੰਗੂਗੀ। ਭਾਜਪਾ ਦਾ ਅਕਸ ਵਿਗੜਿਆ, ਇਹਦੇ ਸਬੂਤ ਬਹੁਤ ਜਗ੍ਹਾ ਤੇ ਮਿਲ ਰਹੇ ਆ। ਤੁਸੀਂ ਬੰਗਾਲ ਜਾ ਕੇ ਕਵਰ ਕਰਕੇ ਆਏ ਆ, ਉੱਥੇ ਵੀ ਬਹੁਤ ਕੁਝ ਦੇਖਣ ਨੂੰ ਮਿਲਿਆ। ਪੰਜਾਬ ਦੇ ਵਿੱਚ ਤਾਂ ਬੜਾ ਕੁਝ ਸ਼ਰੇਆਮ ਦੇਖਣ ਨੂੰ ਮਿਲ ਰਿਹਾ ਹੈਗਾ। ਕੀ ਭਾਜਪਾ ਨੂੰ ਇਸ ਚੀਜ਼ ਦਾ ਅਹਿਸਾਸ ਹੈ? ਤੁਹਾਨੂੰ ਲੱਗਦਾ ਹੈ ਕਿ ਇਹ ਉਹਦੀ ਵਜ੍ਹਾ ਕਰਕੇ ਹੀ ਭਾਜਪਾ ਸ਼ਾਇਦ ਇੱਕ ਜਿਹੜੇ ਤਾਨਾਸ਼ਾਹੀ ਜਿਹੜੇ ਫਰਮਾਨ ਲਗਾਤਾਰ ਜਾਰੀ ਹੋ ਰਹੇ ਆ? ਰਮਨ, ਜਿਹੜੀ ਪੋਲੀਟੀਕਲ ਪਾਰਟੀਆਂ ਹੁੰਦੀਆਂ ਨਾ, ਉਹਨਾਂ ਦੇ ਐਨਾਲਿਸਿਸ ਬਹੁਤ ਤਕੜੇ ਹੁੰਦੇ ਆ। ਜਿਹੜੀਆਂ ਵੱਡੀਆਂ ਭਾਜਪਾ ਵਰਗੀ ਪਾਰਟੀ ਹੈ ਜੀ, ਸਾਨੂੰ ਇੱਥੇ ਬੈਠ ਕੇ ਲੱਗ ਰਿਹਾ ਹੁੰਦਾ ਹੈ ਕਿ ਸ਼ਾਇਦ ਬਹੁਤ ਕੁਝ ਖਰਾਬ ਹੋ ਗਿਆ ਪਾਰਟੀਆਂ ਵਾਸਤੇ। ਉਹਨਾਂ ਵਾਸਤੇ ਸਿਆਸਤ ਨੰਬਰ ਗੇਮ ਹੁੰਦੀ ਹੈ ਜੀ, ਉਹਨਾਂ ਦੀਆਂ ਕੈਲਕੂਲੇਸ਼ਨਸ ਹੁੰਦੀਆਂ। ਉਹ ਇਸ ਤਰ੍ਹਾਂ ਨਹੀਂ ਦੇਖਦੇ ਕਿ 2 ਆਗੂਆਂ ਦੇ ਜੇ ਜੁੱਤੀ ਪੈ ਗਈ, 3 ਆਗੂਆਂ ਦੇ ਜੇ ਕੱਪੜੇ ਪਾੜਤੇ ਤਾਂ ਸ਼ਾਇਦ ਅਸੀਂ ਪੰਜਾਬ ਦੇ ਵਿੱਚ ਡਾਊਨ ਹੋ ਗਏ। ਭਾਜਪਾ ਇਸ ਤਰ੍ਹਾਂ, ਮੈਂ ਜਿੰਨਾ ਕੁ ਭਾਜਪਾ ਦੇ ਆਗੂ ਨਾਲ ਗੱਲਬਾਤ ਕਰਦਾ, ਉਹ ਨਹੀਂ ਸੋਚਦੇ ਜੀ। ਜਿਹੜੀ ਨੈਸ਼ਨਲ ਲੀਡਰਸ਼ਿਪ ਵੀ ਹੈ, ਉਹਨਾਂ ਦੇ ਤਰੀਕਾ ਡਿਫਰੈਂਟ ਹੈ, ਰਾਈਟ। ਤਾਂ ਉਹ ਅਗਲੀਆਂ ਚੋਣਾਂ ਦੇ ਵਿੱਚ ਉਹ ਕੀ ਪਤਾ ਉਹਨਾਂ ਦੀ ਕੀ ਸਟ੍ਰੈਟਜੀ ਹੈ। ਜਦੋਂ ਉਹ 2 ਸੀਟਾਂ ਦੇਸ਼ 'ਚ ਲੈ ਕੇ ਚੱਲੇ ਸੀ ਤਾਂ ਉਦੋਂ ਉਹਨਾਂ ਨੇ ਪਲਾਨ ਕੀਤਾ ਸੀਗਾ ਕਿ ਇੰਨੇ ਸਾਲ ਬਾਅਦ ਫਿਰ ਲੀਡਰਸ਼ਿਪਸ ਬਦਲ ਜਾਂਦੀਆਂ। ਫਿਰ ਇੱਕ ਦੌਰ ਤੁਸੀਂ ਦੇਖੋ ਕਿ ਅਟਲ ਬਿਹਾਰੀ ਵਾਜਪਾਈ ਤੇ ਲਾਲ ਕ੍ਰਿਸ਼ਨ ਅਡਵਾਣੀ ਦਾ ਰਹਿੰਦਾ ਹੈ, ਜਨਸੰਘ ਤੋਂ ਭਾਜਪਾ ਬੀਜੇਪੀ, ਤੇ ਫਿਰ ਉਹ ਬੀਜੇਪੀ ਨੂੰ ਖੜਾ ਕਰਦੇ ਆ ਦੋਹੇ। ਅੱਜ ਲਾਲ ਕ੍ਰਿਸ਼ਨ ਅਡਵਾਣੀ ਕਿਤੇ ਦੱਸਦੇ ਨਹੀਂ, ਲੀਡਰਸ਼ਿਪ ਚੇਂਜ ਹੋ ਗਈ, ਔਰ ਉਸ ਲੀਡਰਸ਼ਿਪ ਨੇ ਡਿਲੀਵਰ ਕਰਤਾ 400 ਸੀਟਾਂ। ਕੋਈ ਇਮੇਜਿਨ ਕਰ ਸਕਦਾ ਇੱਕ ਪਾਰਟੀ? ਤਾਂ ਇਹ ਚੀਜ਼ਾਂ ਸਾਨੂੰ ਦੇਖੋ ਸਮਝਣੀਆਂ ਪੈਣਗੀਆਂ। ਇਹ ਬਹੁਤ ਟੂ ਅਰਲੀ ਗੱਲਾਂ ਹੋ ਜਾਂਦੀਆਂ, ਜਾਂ ਮੋਮੈਂਟਰਲੀ ਕੋਈ ਕਹਿ ਦੇ ਵੀ ਨਹੀਂ ਜੀ ਪਾਰਟੀ ਦਾ ਤਾਂ ਅਕਸ ਬਹੁਤ ਮਾੜਾ ਹੋ ਗਿਆ, ਪਾਰਟੀ ਤਾਂ ਗਏ। ਇਸ ਤਰ੍ਹਾਂ ਕਦੇ ਨਹੀਂ ਹੁੰਦਾ। ਪਾਰਟੀਆਂ ਕੈਲਕੂਲੇਸ਼ਨਸ ਤੇ ਚੱਲਦੀਆਂ। ਪਾਰਟੀਆਂ ਦੇ ਕਾਡਰ ਹੁੰਦੇ ਆ, ਉਹ ਕਾਡਰ ਨੂੰ ਸਟਰੋਂਗ ਕਰਦੇ ਆ। ਉਹ ਇਹ ਤੁੱਕਾ ਨਹੀਂ ਹੁੰਦਾ। ਐਡੀ ਵੱਡੀ ਪਾਰਟੀ ਹੈ ਜਿਹੜੀ, ਹੁਣ ਜੇ ਬੀਜੇਪੀ ਹੈ ਤਾਂ ਕੋਈ ਤੁੱਕਾ ਨਹੀਂ ਹੈ ਉਹਨਾਂ ਦਾ। ਉਹਨਾਂ ਦੀਆਂ ਆਪਣੀਆਂ ਉਹਨਾਂ ਨੂੰ ਪਤਾ ਪੰਜਾਬ 'ਚ ਕਿੰਨੀਆਂ ਰੂਰਲ ਸੀਟਸ ਹੈ, ਕਿੰਨੀਆਂ ਸੈਮੀ ਰੂਰਲ ਨੇ, ਕਿੰਨੀਆਂ ਅਰਬਨ ਨੇ, ਕਿੰਨੀਆਂ ਸੈਮੀ ਅਰਬਨ ਨੇ, ਕਿਹੜੀ ਸੀਟ ਤੇ ਕਿਹੜੇ ਫੈਕਟਰਸ ਕੰਮ ਕਰਦੇ ਆ, ਜ਼ਾਤਾਂ ਦੇ ਫੈਕਟਰ ਕਿੱਥੇ ਕੰਮ ਕਰਦੇ ਨੇ, ਧਾਰਮਿਕ ਫੈਕਟਰ ਕਿੱਥੇ ਕੰਮ ਕਰਦੇ ਨੇ। ਤਾਂ ਇਹ ਸਾਰੇ ਫੈਕਟਰਸ ਉਹ ਚਿੱਠੇ ਜਿਹੜੇ ਪ੍ਰਸ਼ਾਂਤ ਕਿਸ਼ੋਰ ਵਰਗੇ ਹਾਇਰ ਹੁੰਦੇ ਆ ਲੋਕ, ਉਹ ਕੀ ਇਹੀ ਕੁਝ ਕਰਦੇ ਨਾ। ਫਿਰ ਉਹ 117 ਸੀਟਾਂ ਦਾ ਚਿੱਠਾ ਖੋਲ ਕੇ ਦਿਖਾਉਣਗੇ ਵੀ ਭਾਈ ਸਾਨੂੰ ਇੱਥੇ ਉਮੀਦਾਂ ਨੇ, ਆ ਅਸੀਂ ਇਸ ਨੰਬਰ ਤੇ ਖੜ ਸਕਦੇ ਆ ਜਾ ਕੇ। ਫਿਰ ਉਹਨਾਂ ਲਈ ਫਾਈਟ ਕਰਦੇ ਆ, ਪੈਸਾ ਸਿੱਟਿਆ ਜਾਂਦਾ ਹੈ, ਵੋਟਾਂ ਖਰੀਦਣੀਆਂ। ਇਹ ਸਾਰੀਆਂ ਕੈਲਕੂਲੇਸ਼ਨਸ ਚੱਲਦੀਆਂ। ਤਾਂ ਜਿਹੜੀ ਇੱਕ ਸਟੇਟਮੈਂਟ ਇਹ ਕਹਿ ਦੇਣੀ ਹੁੰਦੀ ਹੈ ਕਿ ਅਕਸ ਖਰਾਬ ਹੋ ਗਿਆ ਜਾਂ ਪਾਰਟੀ ਹੁਣ ਰਹਿਣੀ ਨਹੀਂ, ਜਾਂ ਪਾਰਟੀ ਦਾ ਤਾਂ ਜਿਵੇਂ ਆਪਾਂ ਆਮ ਕਹਿ ਦਿੰਨੇ ਆ ਹੁਣ ਇਸ ਸੰਘਰਸ਼ 'ਚ ਪਾਰਟੀ ਦਾ ਤਾਂ ਹੁਣ ਇਸ ਤਰ੍ਹਾਂ ਨਹੀਂ। ਹੁਣ ਬੰਗਾਲ ਦੀ ਵੀ ਜਦੋਂ ਮੇਰੀ ਆਪਣੀ ਜਿਹੜੀ ਬੰਗਾਲ ਦੀ ਆਬਜ਼ਰਵੇਸ਼ਨ ਸੀ, ਮੈਨੂੰ ਲੱਗਦਾ ਸੀ ਕਿ ਸ਼ਾਇਦ ਸਰਕਾਰ ਬੰਗਾਲ 'ਚ TMC ਦੀ ਬਣੂਗੀ, ਪਰ ਮੈਨੂੰ ਇਹ ਲੱਗਦਾ ਹੈ ਕਿ ਬੀਜੇਪੀ ਬਹੁਤ ਅੱਛਾ ਪਰਫਾਰਮ ਕਰੂਗੀ। ਮੈਨੂੰ ਲੱਗਦਾ ਹੈ ਕਿ ਬੀਜੇਪੀ 100 ਸੀਟਾਂ ਦੇ ਨੇੜੇ ਲਿਜਾ ਸਕਦੀ ਹੈ, ਉੱਥੇ ਕੋਈ ਦੋ ਰਾਏ ਨਹੀਂ ਹੈ। ਤਾਂ ਉਹ ਬਾਕੀ ਹੁਣ ਕਿਉਂਕਿ ਪੂਰਾ ਬੰਗਾਲ ਨਹੀਂ ਘੁੰਮਿਆ,
ਪੂਰੇ ਬੰਗਾਲ 'ਚ ਨਹੀਂ ਗਏ, ਸਿਨੈਰੀਓਜ਼ ਨਹੀਂ ਕਈ ਵਾਰੀ ਹੁੰਦੇ, ਲੇਕਿਨ ਤੁਹਾਡੀ ਇੱਕ ਆਬਜ਼ਰਵੇਸ਼ਨ ਹੋ ਜਾਂਦੀ ਹੈ। ਤੁਸੀਂ ਜਦੋਂ ਸਟੇਟ ਦੀ ਕੈਪੀਟਲ 'ਚ ਜਾ ਜਾਂਦੇ ਹੋ, ਤੁਸੀਂ ਨੇੜੇ ਤੇੜੇ 300-400 ਕਿਲੋਮੀਟਰ ਦਾ ਏਰੀਆ ਘੁੰਮਦੇ ਹੋ, ਤੁਸੀਂ ਹਜ਼ਾਰਾਂ ਲੋਕਾਂ ਨਾਲ ਗੱਲਬਾਤ ਕਰਕੇ ਆਏ ਹੋ। ਥੋੜੀ ਉੱਥੇ ਲੋਕਲ ਜਰਨਲਿਸਟ ਦੇ ਨਾਲ ਮੇਰੀਆਂ ਗੱਲਾਂ ਬਾਤਾਂ ਹੋਈਆਂ, ਐਕਟਿਵਿਸਟ ਜਿਹੜੇ ਨੇ ਉੱਥੋਂ ਦੇ ਬੀਜੇਪੀ ਲੀਡਰਸ ਦੇ ਨਾਲ ਵੀ ਮੈਂ ਗੱਲਬਾਤ ਕੀਤੀ ਹੈ, ਤਾਂ ਉਹ ਕੌਨਫੀਡੈਂਟ ਨੇ। ਜਿਵੇਂ ਓਪੋਜੀਸ਼ਨ ਨਾਲ ਵੀ ਹੁੰਦੀ, ਤਾਂ ਉਹ ਸਾਰਾ ਐਨਾਲਿਸਿਸ ਤੁਸੀਂ ਜਿਹੜਾ ਉਹ ਕਰ ਲੈਂਦੇ ਹੋ। ਬੜੇ ਵੈਟਰਨ ਜਰਨਲਿਸਟ ਉੱਥੇ ਮੈਂ ਪ੍ਰੈਸ ਕਲੱਬ ਸੀਗਾ ਤਾਂ ਉਹਨਾਂ ਨਾਲ ਮੇਰੀ ਗੱਲਬਾਤ ਹੋਈ, ਉਹਨਾਂ ਦੀ ਆਬਜ਼ਰਵੇਸ਼ਨਸ ਨੇ, ਉਹ ਸਾਰੇ ਕੁਝ ਤੋਂ ਮਿਲਾ ਕੇ ਸਮਝ ਆਉਂਦਾ ਹੈ। ਪਰ ਯੂ ਨੈਵਰ ਨੋ, ਇਲੈਕਸ਼ਨ ਇੱਕ ਐਸੀ ਚੀਜ਼ ਹੈ ਜਿਹੜੀ ਓਵਰਨਾਈਟ ਵੀ ਤਬਦੀਲ ਹੋ ਜਾਂਦੀ ਹੈ। ਇਲੈਕਸ਼ਨ ਇੱਕ ਐਸੀ ਚੀਜ਼ ਹੈ ਜਿਹੜੀ ਰਾਤੋਂ ਰਾਤ ਕੁਝ ਐਸਾ ਹੁੰਦਾ ਹੈ, ਪਲਟ ਜਾਂਦੀਆਂ। ਪਰ ਮੈਨੂੰ ਇੱਕ ਤਕਲੀਫ ਹੈ, ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਸਾਡੇ ਮੁਲਕ ਦੇ ਵਿੱਚ ਕਿ ਸਾਡੀ ਫੌਜ ਤੇ ਹਮਲੇ ਹੁੰਦੇ, ਉਹ ਚੋਣਾਂ 'ਚ ਕਿਉਂ ਹੁੰਦੇ ਆ। ਮੈਂ ਦੋਸ਼ ਨਹੀਂ ਦੇ ਰਿਹਾ ਕਿਸੇ ਨੂੰ, ਮੈਂ ਨਹੀਂ ਕਹਿ ਰਿਹਾ ਕੋਈ ਇਹਦੇ 'ਚ ਕੋਈ ਕੁਝ ਝੋਲ ਹੈ, ਪਰ ਇਹ ਇੰਨਾ ਵੱਡਾ ਕੋਇਨਸੀਡੈਂਸ ਕਿਵੇਂ ਹੈ ਰਮਨ, ਕਿ ਪਹਿਲਾਂ ਚੋਣਾਂ ਹੋਈਆਂ, ਪੁਲਵਾਮਾ ਹੋਇਆ, ਫਿਰ ਹੁਣ ਆ ਚੋਣਾਂ ਦੇ ਪਹਿਲੇ ਗੇੜ ਤੋਂ ਪਹਿਲਾਂ ਨਕਸਲੀ ਪਾਰਟੀਆਂ ਦੇ ਅਕਸ ਤੇ ਸ਼ੱਕ ਤਾਂ ਨਹੀਂ ਹੋ ਰਿਹਾ? ਹਾਂ, ਨਕਸਲੀ ਹਮਲਾ ਹੋਇਆ। ਹੁਣ ਅੱਜ ਤੁਸੀਂ ਦੇਖੋ ਕਿ ਅੱਜ ਫਿਰ ਛੱਤੀਸਗੜ੍ਹ ਦੇ ਵਿੱਚ ਨਕਸਲੀ ਹਮਲਾ, 22 ਜਵਾਨ ਫੌਜ ਨੂੰ ਹੀ ਵਰਤੇ ਜਾਂਦੇ ਇਸ ਮਾਮਲੇ ਤੇ ਖਾਸ ਤੌਰ ਤੇ। ਮੈਂ ਨਹੀਂ ਕਹਿ ਰਿਹਾ ਵਰਤਿਆ ਜਾਂਦਾ, ਪਰ ਇਹ ਇੰਨਾ ਵੱਡਾ ਕੋਇਨਸੀਡੈਂਸ ਨਾ, ਇਹ ਸਮਝ ਨਹੀਂ ਆਉਂਦਾ। ਇਹਦੇ 'ਚ ਦੇਖੋ, ਇਹ ਕਿਸੇ ਤੇ ਦੋਸ਼ ਨਹੀਂ ਹੈ ਕਿ ਕਿਸੇ ਨੇ ਕੁਝ ਕੀਤਾ ਹੈ, ਪਰ ਇਹ ਕੁਐਸਚਨੇਬਲ ਤਾਂ ਹੈ। ਇੱਕ ਬੜਾ ਅੱਛਾ ਸ਼ੇਅਰ ਹੈ ਰਾਹਤ ਇੰਦੌਰੀ ਸਾਹਿਬ ਦਾ, ਉਹ ਕਹਿੰਦੇ ਸਰਹੱਦ ਪੇ ਤਨਾਵ ਹੈ ਕਿਆ, ਪਤਾ ਕਰੋ ਚੁਨਾਵ ਹੈ ਕਿਆ। ਬਿਲਕੁਲ, ਤਾਂ ਉਹ ਜ਼ਰੂਰ ਉਹ ਗੱਲ, ਲੋਕ ਇਸ ਚੀਜ਼ ਨੂੰ ਸਮਝਦੇ ਵੀ ਆ ਤੇ ਸਵਾਲ ਵੀ ਕਰਦੇ ਆ। ਹਾਂ, ਇਹ ਹੈਗਾ ਕਿ ਸਾਡੀਆਂ ਸਰਕਾਰਾਂ ਇਹਨਾਂ ਸਵਾਲਾਂ ਨੂੰ ਅਵੋਇਡ ਕਰਨ ਦਾ, ਕਹ ਲੋ ਕਿ ਪੁਰਾਣਾ ਜਿਹੜਾ ਚੱਲ ਰਿਹਾ ਨਹੀਂ ਹੁੰਦੀਆਂ ਨਾ ਇਹ ਚੀਜ਼ਾਂ, ਕਦੇ ਪ੍ਰੂਵ ਨਹੀਂ ਕਰ ਸਕਦੇ। ਜੀ ਸਰ, ਗੱਲਬਾਤ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ, ਤੇ ਤੁਸੀਂ ਵੀ ਦੇਖਦੇ ਰਹੋ ਔਨ 에ਅਰ। ਫਿਲਹਾਲ ਦੇ ਲਈ ਦਿਓ ਇਜਾਜ਼ਤ, ਸ਼ੁਕਰੀਆ।